वाहिगुरु जी का खालसा वाहिगुरु जी की फतेह। अज की गुरमत क्लास विच हाजरी भर रहे गुरु प्यारे गुरु सवारे सत्संगियों, आप सारिਆਂ ਨੂੰ जी आया। साहब जी के अमृत बोल अमृत बचन जिन्हां दे विचार असीं कर रहे हाँ वो आनंद की बाणी विचों हैं। सतगुरु जी की कृपा बख्शिश दृष्टि सदका असी नितनेम दी बाणियां तो बाद आनंद साहब की बाणी जो आम तौर पर सरल जी जापदी है, पढ़न नूं सुनन नूं, पर भावर्थ जो असी बाणी दे पढ़ते हाँ वाकई आनंद तक लैके जाते हैं। उसे कड़ी दे विच असी 33 पौड़ियां दी विचार कर चुके हाँ। अज 34वीं पौड़ी तो विचार आरंभ होएगी। मन चाओ भया प्रभ आगम सुनिया, हर मंगल गाओ सखी गृह मंदिर बनया। ये विचार वीर प्रभ कीर्तन सिंह जी सेवा कर रहे हैं। मैं उन्होंने बेनती कर रहा हाँ अज की विचार आरंभ करन वीर प्रभ कीर्तन सिंह जी। वाहिगुरु जी का खालसा वाहिगुरु जी की फतेह। वाहिगुरु जी एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। गुरु प्यारिओ, जिवें वीर जी ने दस्सिया है, अज असी 34वीं पौड़ी दी विचार जो है वो आरंभ करनी है। आओ सब तो पहला इस पौड़ी का एक बारी पाठ कर लीए जी। मन चाओ भया प्रभ आगम सुनिया, हर मंगल गाओ सखी गृह मंदिर बनया। हर गाओ मंगल नित सखिए, सोग दुख ना व्यापे। गुर चरण लागे दिन सुभागे, अपना पिर जापे। अनहत बाणी गुर शब्द जानी, हर नाम हर रस भोगो। कहे नानक प्रभ आप मिलिया, करण कारण जोगो। सतगुरु जी ਹੁਣ तक ਆਪਾਂ ਜਿਹੜੀਆਂ ਪੌੜੀਆਂ ਦੀ ਵਿਚਾਰ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਸਾਨੂੰ ਪ੍ਰੇਰਣਾ ਵੀ ਦਿੱਤੀ ਹੈ, ਆਨੰਦ ਦਾ ਪ੍ਰਭੂ ਮਿਲਾਪ ਦੀ ਪ੍ਰਾਪਤੀ ਦਾ ਸਾਧਨ ਵੀ ਦੱਸਿਆ ਹੈ। ਪੂਰੀ ਗਾਈਡੈਂਸ ਸਤਿਗੁਰੂ ਦੇ ਰਹੇ ਹਨ ਕਿ ਕਿਹਨਾਂ ਕਿਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ। ਤੇ ਇਹ ਜੋ ਪੌੜੀ ਆਪ ਜੀ ਦੇ ਸਾਹਮਣੇ ਡਿਸਪਲੇ ਹੈ, ਇਸ ਦੇ ਵਿੱਚ ਸਤਿਗੁਰੂ ਜੀ ਨੇ उस अवस्था का जिक्र किया है जिहड़ी आनंद की अवस्था है, प्रभु मिलाप की अवस्था है। इहदे सतगुरु सानू समझा रहे हैं कि यह अवस्था है कि शैली तो सतगुरु जी ने वो रखी है कि जिवें उस अवस्था दे विच कोई व्यक्ति डिस्क्राइब कर रहा होवे, दस रहा होवे कि मेरी ये अवस्था प्राप्त हो गई है तो मैं हुण की महसूस कर रहा। आओ सब तो पहला इहदी
ਵਿਚਾਰ ਕਰ ਲਈਏ, ਅਰਥ ਕਰ ਲਈਏ, ਕਿਉਂਕਿ ਇਹ ਸਾਨੂੰ ਇੱਕ ਪਾਸੇ ਇਹ ਦੱਸ ਕੇ ਸਤਿਗੁਰੂ ਪ੍ਰੇਰਨਾ ਦੇ ਰਹੇ ਹਨ ਕਿ ਭਈ ਇਸ ਵਡਭਾਗੀ ਅਵਸਥਾ ਤੱਕ ਪਹੁੰਚੋ, ਇਹਨੂੰ ਪ੍ਰਾਪਤ ਕਰੋ। ਇਹ ਪ੍ਰੇਰਨਾ ਵੀ ਦੇ ਰਹੇ ਹਨ, ਪਰ ਨਾਲ ਨਾਲ ਇਹਦੀਆਂ ਨਿਸ਼ਾਨੀਆਂ ਵੀ ਸਾਨੂੰ ਦੱਸ ਰਹੇ ਹਨ ਕਿ ਇਹ ਅਵਸਥਾ ਅਸਲ ਦੇ ਵਿੱਚ ਹੈ ਕੀ। ਸ਼ਾਇਦ ਸਤਿਗੁਰੂ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਸਾਨੂੰ ਇਹ ਸਮਝ ਲੱਗ ਜਾਏ, ਕਲੈਰਿਟੀ ਹੋ ਜਾਏ ਕਿ ਬਈ ਇਹ ਅਵਸਥਾ ਦੀਆਂ ਨਿਸ਼ਾਨੀਆਂ ਦੱਸ ਕੇ ਤੇ ਸਤਿਗੁਰੂ ਸ਼ਾਇਦ ਸਾਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਤੁਸੀਂ ਵੀ ਆਪਣੇ ਆਪ ਨਾਲ ਇਹ ਸਵੈ ਪੜਚੋਲ ਕਰਕੇ ਦੇਖੋ ਵੀ ਤੁਸੀਂ ਕਿੱਥੇ ਤੱਕ ਪਹੁੰਚੇ ਹੋ, ਕੀ ਨਿਸ਼ਾਨੀਆਂ ਹਨ, ਕੀ ਜੋ ਕਸਵੱਟੀਆਂ ਹਨ, ਉਹਨਾਂ ਨੂੰ ਜਦ ਅਸੀਂ ਵਰਤਦੇ ਹਾਂ। ਕਸਵੱਟੀ ਦਾ ਸ਼ਬਦ ਜੋ ਹੈ ਇਹਦੇ ਦੋ ਪਾਰਟ ਹਨ, ਘਸ ਵੱਟੀ। ਅਸੀਂ ਆਮ ਸੁਨਿਆਰਿਆਂ ਦੇ ਕੋਲ ਇੱਕ ਵੱਟੀਆਂ ਜਿਹੀਆਂ ਕਾਲੇ ਜਿਹੇ ਰੰਗ ਦੀਆਂ ਫੜੀਆਂ ਹੋਈਆਂ ਦੇਖਦੇ ਹਾਂ, ਹੁਣ ਤਾਂ ਘਟ ਗਈਆਂ ਹਨ, ਪਹਿਲਾਂ ਤਾਂ ਇਹੀ ਸਾਧਨ ਹੁੰਦਾ ਸੀ, ਕਰਨੀ ਹੁੰਦੀ ਸੀ। ਜਦੋਂ ਇਹ ਪਰਖ ਕਰਨੀ ਹੁੰਦੀ ਸੀ ਕਿ ਕੀ ਇਹ ਜੋ ਸੋਨਾ ਉਹਦੇ ਕੋਲ ਕੋਈ ਲਿਆਂਦਾ ਗਿਆ ਹੈ ਉਹ ਸ਼ੁੱਧ ਹੈ ਜਾਂ ਨਹੀਂ ਹੈ, ਤਾਂ ਉਹਦੇ ਨਾਲ ਘਸਾ ਕੇ ਜੋ ਉਸ ਦੇ ਉੱਤੇ ਨਿਸ਼ਾਨ ਪੈਂਦੇ ਸਨ ਉਹਦੇ ਤੋਂ ਹੀ ਉਹ ਅੰਦਾਜ਼ਾ ਲਗਾ ਸਕਦੇ ਸਨ ਵੀ ਇਹਦੇ ਚ ਕਿੰਨਾ ਸੋਨਾ ਹੈ, ਕਿੰਨਾ ਤਾਂਬਾ ਹੈ, ਕਿੰਨੀਆਂ ਇੰਪਿਉਰਿਟੀਜ਼ ਹਨ, ਕਿੰਨਾ ਸੋਨਾ ਹੈ। ਤੋ ਉਹ ਕਸਵੱਟੀਆਂ ਕਿਹਾ ਜਾਂਦਾ ਹੈ ਉਹਨਾਂ ਨੂੰ, ਜਿਹਦੇ ਨਾਲ ਘਸਾ ਕੇ ਅਸੀਂ ਇਹ ਨਿਰਣਾ ਕਰ ਸਕੀਏ ਕਿ ਕਿਹੜੀ ਵਸਤੂ ਕੀ ਹੈ। ਤੇ ਸਤਿਗੁਰੂ ਸਾਨੂੰ ਵੀ ਉਹ ਕਸਵੱਟੀਆਂ ਦੱਸ ਰਹੇ ਹਨ, ਭਾਵ ਪੱਕੀਆਂ ਨਿਸ਼ਾਨੀਆਂ ਦੱਸ ਰਹੇ ਹਨ ਕਿ ਪ੍ਰਭੂ ਮਿਲਾਪ ਦੀਆਂ, ਆਨੰਦ ਪ੍ਰਾਪਤੀ ਦੀਆਂ, ਉਸ ਵਿਸਮਾਦ ਦੀ ਅਵਸਥਾ ਦੀਆਂ ਕੀ ਨਿਸ਼ਾਨੀਆਂ। ਸ਼ਾਇਦ ਇਸ ਕਰਕੇ ਕਿ ਸਤਿਗੁਰੂ ਇਹ ਚਾਹੁੰਦੇ ਹਨ ਕਿ ਅਸੀਂ ਨਾਲ ਨਾਲ ਆਪਣੀ ਸਵੈ ਪੜਚੋਲ ਕਰਦੇ ਚੱਲੀਏ, ਕਿਤੇ ਭੁਲੇਖਿਆਂ ਵਿੱਚ ਫਸ ਕੇ ਅਵੇਸਲੇ ਨਾ ਹੋ ਜਾਈਏ ਕਿ ਮੈਂ ਤਾਂ ਬਹੁਤ ਕੁਝ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਨੇ ਉਹ ਕਸਵੱਟੀਆਂ ਸਾਨੂੰ ਇਹਦੇ ਵਿੱਚ ਦੱਸੀਆਂ। ਸਤਿਗੁਰੂ ਕਹਿ ਰਹੇ ਹਨ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣੇ। ਮਨ ਚਾਉ ਭਇਆ ਕਿ ਮੇਰੇ ਮਨ ਦੇ ਵਿੱਚ ਆਨੰਦ ਦੀ ਅਵਸਥਾ ਆ ਗਈ ਹੈ, ਹਿਰਦੇ ਵਿੱਚ ਆਨੰਦ ਆ ਵਸਿਆ ਹੈ, ਆਨੰਦ ਬਣ ਗਿਆ ਹੈ। ਪ੍ਰਭ ਆਗਮ ਸੁਣਿਆ, ਸੁਣਿਆ ਦਾ ਭਾਵ ਹੈ ਕਿ ਮੈਂ ਸੁਣ ਲਿਆ ਹੈ, ਮੈਨੂੰ ਪਤਾ ਲੱਗ ਗਿਆ ਹੈ ਕਿ ਪ੍ਰਭ ਆਗਮ, ਪ੍ਰਭੂ ਦਾ ਆਉਣਾ ਮੈਨੂੰ ਪਤਾ ਲੱਗ ਗਿਆ। ਮੈਨੂੰ ਪਤਾ ਲੱਗ ਗਿਆ ਹੈ ਕਿ ਪ੍ਰਭੂ ਨੇ ਮੇਰੇ ਹਿਰਦੇ ਦੇ ਵਿੱਚ ਨਿਵਾਸ ਕਰ ਲਿਆ ਹੈ ਤੇ ਮੇਰੇ ਮਨ ਦੇ ਵਿੱਚ ਆਨੰਦ ਭਰ ਗਿਆ ਹੈ। ਹੁਣ ਜਦੋਂ ਇਹ ਪਤਾ ਲੱਗ ਜਾਵੇ ਕਿ ਜਿਹਦੀ ਅਸੀਂ ਉਡੀਕ ਕਰ ਰਹੇ ਹਾਂ ਉਹ ਆ ਗਿਆ, ਉਹ ਆਇਆ ਹੈ, ਤਾਂ ਉਹਦੇ ਨਾਲ ਆਨੰਦ ਦਾ ਜਿਹੜਾ ਅਨੁਭਵ ਹੈ ਉਹ ਵੀ ਆ ਗਿਆ ਹੈ। ਤੇ ਜਦੋਂ ਇਹ ਪਤਾ ਲੱਗ ਜਾਏ ਕਿ ਆ ਗਿਆ ਹੈ ਤੇ ਆਨੰਦ ਹੋਣਾ ਕੁਦਰਤੀ ਹੈ, ਕਿਉਂਕਿ ਉਹ ਆਇਆ ਹੈ ਤੇ ਉਹਦੇ ਨਾਲ ਆਨੰਦ ਵੀ ਆਇਆ। ਉਹ ਪਤੀ ਪਰਮੇਸ਼ਰ ਜਿਹਦੀ ਅਸੀਂ ਉਡੀਕ ਕਰ ਰਹੇ ਸੀ ਕਿ ਸਾਡੇ ਹਿਰਦੇ ਦੇ ਵਿੱਚ ਆ ਕੇ ਵਸੇ, ਜਦੋਂ ਆਏ ਤਾਂ ਨਾਲ ਆਨੰਦ ਦਾ ਜੋ ਇੱਕ ਅਹਿਸਾਸ ਹੈ, ਆਨੰਦ ਦਾ ਇੱਕ ਪ੍ਰਭਾਵ ਹੈ, ਉਹ ਮਨ ਦੇ ਉੱਤੇ ਪੈਣਾ ਕੁਦਰਤੀ ਗੱਲ ਹੈ। ਤੇ ਸਤਿਗੁਰੂ ਕਹਿ ਰਹੇ ਹਨ ਕਿ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣੇ। ਹੇ ਮੇਰੀ ਸਖੀ, ਇੱਕ ਬਾਹਰਲੀ ਸਖੀ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਜਦੋਂ ਪ੍ਰਭੂ ਆ ਵਸਿਆ ਹਿਰਦੇ ਦੇ ਵਿੱਚ ਤੇ ਇਹ ਜੋ ਮੇਰੀ ਜਿੰਦ ਹੈ, ਇਹੀ ਹੁਣ ਮੇਰੀ ਸਭ ਤੋਂ ਪਿਆਰੀ ਸਖੀ, ਮੇਰੀ ਮਿੱਤਰ ਬਣ ਗਈ ਹੈ, ਕਿਉਂਕਿ ਉਹ ਪ੍ਰਭੂ ਆ ਵਸਿਆ। ਕਹਿ ਰਹੇ ਹਨ, ਹੇ ਮੇਰੀ ਜਿੰਦੇ ਤੂੰ ਖੁਸ਼ੀ ਦੇ ਗੀਤ ਗਾ, ਮੰਗਲ ਦੇ ਗੀਤ ਗਾ। ਮੰਗਲ ਦੇ ਗੀਤ ਕਿਹੜੇ ਹਨ? ਪ੍ਰਭੂ ਦੀ ਸਿਫਤ ਸਲਾਹ ਦੇ ਗੀਤ। ਜਦੋਂ ਸਾਡੇ ਘਰ ਕੋਈ ਉਡੀਕਿਆ ਜਾ ਰਿਹਾ ਮਹਿਮਾਨ ਆਉਂਦਾ ਹੈ, ਜਿਹਦੀ ਅਸੀਂ ਬਹੁਤ ਉਡੀਕ ਕਰ ਰਹੇ ਹੋਈਏ, ਜਦੋਂ ਆਉਂਦਾ ਹੈ ਤਾਂ ਫਿਰ ਅਸੀਂ ਉਹਦੀ ਤਾਰੀਫ ਦੇ ਵਿੱਚ ਗੀਤ ਸਾਡੇ ਮਨੋਂ ਨਿਕਲਦੇ ਹਨ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹ ਜੋ ਮੇਰਾ ਸਰੀਰ ਰੂਪੀ ਮੰਦਰ ਹੈ, ਹਿਰਦਾ ਰੂਪੀ ਘਰ ਹੈ, ਇਹ ਹੁਣ ਮੈਨੂੰ ਇਉਂ ਲੱਗ ਰਿਹਾ ਹੈ ਕਿ ਉਹ ਪ੍ਰਭੂ ਦਾ ਮੰਦਰ ਬਣ ਗਿਆ, ਉਹਦਾ ਨਿਵਾਸ ਬਣ ਗਿਆ। ਇਹ ਜੋ ਮੇਰਾ ਹਿਰਦਾ ਘਰ ਹੈ, ਗ੍ਰਹਿ ਹੈ,
ਇਹ ਹੁਣ ਮੰਦਿਰ ਵਾਂਗ ਪਵਿੱਤਰ ਹੋ ਗਿਆ। ਹੁਣ ਇਹ ਪ੍ਰਭੂ ਦਾ ਨਿਵਾਸ ਸਥਾਨ ਬਣ ਗਿਆ ਹੈ, ਕਿਉਂਕਿ ਪ੍ਰਭੂ ਆ ਗਿਆ ਹੈ, ਪ੍ਰਭੂ ਵਸ ਗਿਆ ਹੈ, ਤੇ ਇਹ ਹਿਰਦਾ ਮੰਦਿਰ ਬਣ ਗਿਆ ਹੈ ਜਿੱਥੇ ਪ੍ਰਭੂ ਦਾ ਨਿਵਾਸ ਹੈ। ਤੇ ਇਹ ਵੀ ਫਿਰ ਕੀ ਬਣ ਗਿਆ ਹੈ? ਮੰਦਿਰ ਵਾਂਗ ਪਵਿੱਤਰ ਬਣ ਗਿਆ। ਭਾਵ ਹੁਣ ਇਹਦੇ ਵਿੱਚ ਕੋਈ ਐਸੀ ਵਸਤੂ ਬਾਕੀ ਨਹੀਂ ਬਚੀ ਜਿਹੜੀ ਪ੍ਰਭੂ ਦੇ ਹਾਜ਼ਰੀ ਦੇ ਵਿੱਚ, ਜਿਹਦੇ ਹੋਣ ਨਾਲ ਮਤਲਬ ਕੋਈ ਚੰਗਾ ਨਾ ਲੱਗਦਾ ਹੋਵੇ, ਸ਼ੋਭਨੀਕ ਨਾ ਹੋਵੇ। ਹੁਣ ਇਸ ਹਿਰਦੇ ਦੇ ਵਿੱਚ ਕੁਝ ਵੀ ਐਸਾ ਨਹੀਂ ਬਚਿਆ। ਇਹ ਮੰਦਿਰ ਬਣ ਗਿਆ, ਪਵਿੱਤਰ ਹੋ ਗਿਆ, ਆਪਾਂ ਕਹਿ ਲਈਏ। ਹਰ ਮੰਗਲ ਗਾਓ ਸਖੀ, ਇਹ ਮੇਰੀ ਜਿੰਦੇ ਹੁਣ ਤੂੰ ਉਹਦੀ ਤਾਰੀਫ ਦੇ, ਉਹਦੇ ਗੁਣਾਂ ਦੇ, ਉਹਦੇ ਗੁਣ ਗਾ, ਮੰਗਲ ਗਾ, ਖੁਸ਼ੀ ਦੇ ਗੀਤ ਗਾ, ਉਹਦੀ ਸਿਫਤ ਸਲਾਹ ਦੇ ਗੀਤ ਗਾ। ਹੁਣ ਮੇਰੇ ਹਿਰਦੇ ਵਿੱਚ ਪ੍ਰਭੂ ਆ ਕੇ ਵਸ ਗਿਆ ਹੈ। ਇਹ ਹਿਰਦਾ ਜਿਹੜਾ ਹੈ ਇਹ ਮੰਦਿਰ ਵਾਂਗ ਪਵਿੱਤਰ ਹੋ ਗਿਆ ਹੈ, ਕਿਉਂਕਿ ਪ੍ਰਭੂ ਆ ਗਿਆ ਹੈ। ਮੈਨੂੰ ਪਤਾ ਲੱਗ ਗਿਆ ਹੈ ਕਿ ਉਹ ਮੇਰਾ ਪਤੀ ਪਰਮੇਸ਼ਵਰ ਇੱਥੇ ਆ ਕੇ ਵਸ ਗਿਆ ਹੈ। ਹੁਣ ਉਹ ਇੱਥੇ ਰਹਿਣ ਲੱਗ ਪਿਆ ਹੈ, ਉਹਦਾ ਨਿਵਾਸ ਸਥਾਨ ਬਣ ਗਿਆ। ਹਰ ਗਾਓ ਮੰਗਲ ਨਿਤ ਸਖੀਏ, ਤੂੰ ਸਦਾ ਉਹ ਗੀਤ ਗਾ ਪ੍ਰਭੂ ਦੀ ਵਡਿਆਈ ਦੇ, ਉਹਦੇ ਮੰਗਲ ਦੇ, ਉਹਦੀ ਸਿਫਤ ਸਲਾਹ ਦੇ, ਉਹਦੀ ਵਡਿਆਈ ਦੇ ਗੀਤ ਗਾ ਨਿਤ ਸਖੀਏ। ਲਗਾਤਾਰ ਗਾ, ਹਰ ਰੋਜ਼ ਗਾ, ਹੁਣ ਲਗਾਤਾਰ ਗਾਈ ਜਾ, ਗਾਈ ਜਾ, ਸੋਗ ਦੁੱਖ ਨਾ ਵਿਆਪੇ। ਕਿਉਂਕਿ ਹੁਣ ਇੱਥੇ ਸੋਗ ਦੁੱਖ ਦਾ ਤੇ ਕੋਈ ਕੰਮ ਹੀ ਨਹੀਂ ਬਾਕੀ ਹੈ। ਹੁਣ ਉਹ ਜ਼ੋਰ ਪਾ ਹੀ ਨਹੀਂ ਸਕਦੇ। ਵਿਆਪਣਾ ਮਤਲਬ ਜਦੋਂ ਸਾਡੇ ਮਨ ਦੇ ਉੱਤੇ ਸੋਗ ਵਿਆਪਦਾ ਹੈ, ਦੁੱਖ ਵਿਆਪਦਾ ਹੈ, ਤੇ ਸਾਡੇ ਮਨ ਦਾ ਜੋ ਅਵਸਥਾ ਹੈ ਉਹ ਬੜੇ ਸੋਗ ਤੇ ਦੁੱਖ ਵਾਲੀ ਬਣ ਜਾਂਦੀ। ਉਹ ਪ੍ਰਭਾਵ ਪਾ ਲੈਂਦਾ ਹੈ ਸਾਡੇ ਉੱਤੇ ਜਦੋਂ ਕੋਈ ਐਸੀ ਘਟਨਾ ਹੁੰਦੀ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਹੁਣ ਇਸ ਹਿਰਦੇ ਦੇ ਮੰਦਿਰ ਦੇ ਵਿੱਚ, ਹਿਰਦੇ ਦੇ ਉੱਤੇ ਹੁਣ ਸੋਗ ਤੇ ਦੁੱਖ ਦਾ ਕੋਈ ਪ੍ਰਭਾਵ ਪੈ ਹੀ ਨਹੀਂ ਸਕਦਾ, ਨਾ ਵਿਆਪੇ। ਹੁਣ ਕੋਈ ਨਹੀਂ ਆਪਣਾ ਜ਼ੋਰ ਪਾ ਸਕਦੇ, ਕੋਈ ਪ੍ਰਭਾਵ ਨਹੀਂ ਪਾ ਸਕਦੇ। ਕਿਉਂ? ਕਿਉਂਕਿ ਇੱਥੇ ਹੁਣ ਉਹ ਆ ਗਿਆ ਹੈ ਜਿਹਦੀ ਹਾਜ਼ਰੀ ਦੇ ਵਿੱਚ ਕੋਈ ਸੋਗ ਤੇ ਦੁੱਖ ਆ ਹੀ ਨਹੀਂ ਸਕਦਾ। ਹੁਣ ਇਹ ਹਿਰਦਾ ਪਵਿੱਤਰ ਬਣ ਗਿਆ ਹੈ, ਕਿਉਂਕਿ ਹੁਣ ਇੱਥੇ ਉਹ ਆ ਗਿਆ ਹੈ ਜਿਹਦੇ ਆਂਦਿਆਂ ਹੋਇਆਂ, ਜਿਹਦੇ ਇੱਥੇ ਰਹਿੰਦਿਆਂ ਹੋਇਆਂ ਕੋਈ ਅਪਵਿੱਤਰਤਾ, ਕੋਈ ਨੁਕਸ, ਕੋਈ ਔਗਣ, ਕੋਈ ਦੁੱਖ ਤਕਲੀਫ, ਕੁਝ ਵੀ ਇੱਥੇ ਰਹਿ ਹੀ ਨਹੀਂ ਸਕਦਾ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਦਿਨ ਸੁਭਾਗੇ ਦਾ ਅਰਥ ਹੈ ਕਿ ਉਹ ਭਾਗਾਂ ਵਾਲੇ ਦਿਨ, ਸੁਭਾਗੇ ਭਾਗਾਂ ਵਾਲੇ। ਉਹ ਦਿਨ ਭਾਗਾਂ ਵਾਲੇ ਹੁੰਦੇ ਹਨ। ਕਿਹੜੇ? ਜਦੋਂ ਗੁਰਚਰਨ ਲਾਗੇ, ਭਾਵ ਜਦੋਂ ਸਾਡਾ ਮੱਥਾ, ਸਾਡੀ ਮੱਤ, ਸਾਡਾ ਮਨ, ਚਿੱਤ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਉੱਥੇ ਟਿਕ ਜਾਵੇ, ਲੱਗ ਜਾਵੇ। ਜਦੋਂ ਸਾਡਾ ਹਿਰਦਾ ਗੁਰੂ ਦੇ ਚਰਨਾਂ ਨਾਲ ਟਿਕ ਜਾਵੇ, ਲੱਗ ਜਾਵੇ, ਉਹੀ ਦਿਨ ਸੁਭਾਗੇ ਹੁੰਦੇ ਹਨ। ਆਪਣਾ ਫਿਰ ਜਾਪੇ। ਜਾਪੇ ਦਾ ਭਾਵ ਹੈ ਕਿ ਫਿਰ ਉਹ ਦਿਸਣਾ ਸ਼ੁਰੂ ਹੋ ਜਾਂਦਾ, ਦਿਸ ਪੈਂਦਾ ਹੈ। ਮੈਨੂੰ ਦਿਸ ਪਿਆ ਹੈ ਕਿ ਉਹ ਪ੍ਰਭੂ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਮੈਨੂੰ ਦਿਸ ਪਿਆ ਹੈ। ਮੈਨੂੰ ਮਹਿਸੂਸ ਹੋ ਗਿਆ, ਸਪਸ਼ਟ ਤੌਰ ਦੇ ਉੱਤੇ ਇੰਨੀ ਚੰਗੀ ਤਰ੍ਹਾਂ ਮਹਿਸੂਸ ਹੋ ਗਿਆ ਹੈ, ਚਿੱਟੇ ਦਿਨ ਵਾਂਗ ਮਹਿਸੂਸ ਹੋ ਗਿਆ ਕਿ ਮੈਨੂੰ ਉਹ ਦਿਖਣਾ ਹੀ ਸ਼ੁਰੂ ਹੋ ਗਿਆ ਕਿ ਇੱਥੇ ਹੁਣ ਆ ਕੇ ਬੈਠ ਗਿਆ। ਕਿਉਂਕਿ ਜਦੋਂ ਮੇਰਾ ਮਨ, ਚਿੱਤ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ, ਉਹੀ ਦਿਨ ਸੁਭਾਗਾ ਹੈ, ਉਹੀ ਦਿਨ ਭਾਗਾਂ ਵਾਲਾ। ਔਰ ਕੋਈ ਮਹੂਰਤ ਕੱਢ ਕੇ ਜਾਂ ਫਲਾਣੇ 5ਵੀਂ 10ਵੀਂ ਤੇ ਕਿਹੜੇ ਕਿਹੜੇ ਦਿਨ ਬਣੇ ਹੋਏ ਹਨ, ਆਪਾਂ ਕੀ ਉਹਨਾਂ ਦਾ ਜ਼ਿਕਰ ਕਰਨਾ ਹੈ। ਇਹ ਕੋਈ ਸੁਭਾਗੇ ਦਿਨ ਨਹੀਂ ਹੁੰਦੇ, ਕੋਈ ਚੰਗੇ ਦਿਨ ਨਹੀਂ ਹੁੰਦੇ, ਕੋਈ ਮਾੜੇ ਦਿਨ ਨਹੀਂ ਹੁੰਦੇ। ਗੁਰੂ ਦੇ ਸਿੱਖ ਲਈ ਤਾਂ ਇਹ ਜਿਹੜਾ ਕਨਸੈਪਟ ਹੈ ਚੰਗੇ ਤੇ ਮਾੜੇ ਦਿਨਾਂ ਦਾ, ਉਹੀ ਫਜ਼ੂਲ ਦਾ ਕਨਸੈਪਟ ਹੈ। ਕਿਉਂਕਿ ਚੰਗੇ ਤੇ ਮਾੜੇ ਦੀ ਗੱਲ ਹੀ ਇੱਕੋ ਹੈ। ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਲੱਗ ਗਿਆ, ਮਨ ਲੱਗ ਗਿਆ, ਹਿਰਦਾ ਲੱਗ ਗਿਆ, ਉਹੀ ਦਿਨ ਸੁਭਾਗਾ ਹੈ, ਭਾਗਾਂ ਵਾਲਾ ਹੈ, ਬਹੁਤ ਵਧੀਆ ਹੈ, ਸਭ ਤੋਂ ਵਧੀਆ ਹੈ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਲੱਗ ਗਿਆ। ਹੁਣ ਇੱਥੇ ਗੁਰੂ ਦੇ ਚਰਨਾਂ ਦਾ ਕੀ ਅਰਥ ਹੈ? ਗੁਰੂ ਦੇ ਚਰਨਾਂ ਦਾ ਅਰਥ ਤਾਂ ਇਹ ਹੈ ਕਿ ਜਿਵੇਂ ਕੋਈ ਸਰੀਰਕ ਤੌਰ ਤੇ ਸਾਡੇ ਸਾਹਮਣੇ ਗੁਰੂ ਹੋਵੇ ਤੇ ਅਸੀਂ ਆਪਣਾ ਮੱਥਾ ਜਾ ਕੇ ਉਹਦੇ ਚਰਨਾਂ ਦੇ ਉੱਤੇ ਰੱਖਦੇ। ਹੁਣ ਉਹਦੇ ਚਰਨਾਂ ਦੀ ਛੋਹ ਦੇ ਵਿੱਚ ਬੜਾ ਬਲ ਗਿਣਿਆ ਜਾਂਦਾ ਹੈ। ਵੱਡੇ ਵੱਡੇ ਜਿਹੜੇ ਇਹੋ ਜਿਹੇ ਗੁਰੂ ਬਣੇ ਹੁੰਦੇ ਹਨ, ਲੋਕੀ ਉਹਨਾਂ ਦੇ ਚਰਨਾਂ ਦੇ ਉੱਤੇ ਮੱਥੇ ਟੇਕਦੇ ਹਨ।
ਅਸਲ ਦੇ ਵਿੱਚ ਤਾਂ ਇਹਦਾ ਅਰਥ ਇਹੀ ਹੈ ਕਿ हे ਗੁਰੂ, ਮੈਂ ਤੇਰੇ ਚਰਨਾਂ ਦੇ ਉੱਤੇ ਸਿਰ ਰੱਖਿਆ ਹੈ, ਮੈਂ ਆਪਣੀ ਮੱਤ ਤੇਰੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀ ਹੈ। ਇਹਦਾ ਅਰਥ ਕੀ ਹੈ ਕਿ ਮੈਂ ਹੁਣ ਆਪਣੀ ਮੱਤ ਛੱਡ ਕੇ ਤੇਰੀ ਸਿੱਖਿਆ ਗ੍ਰਹਿਣ ਕਰ ਲਈ। ਤਾਂ ਗੁਰੂ ਸਰੀਰ ਨਹੀਂ ਹੈ, ਗੁਰੂ ਸਰੀਰ ਨਾਲ ਲੱਗੇ ਹੋਏ ਪੈਰ ਨਹੀਂ ਹੈ। ਹਾਂ, ਉਹ ਸੁਭਾਗੇ ਹਨ ਜੇ ਉਹਨਾਂ ਦੇ ਵਿੱਚੋਂ ਉੱਤਮ ਗੁਰੂ ਦੀ ਸਿੱਖਿਆ ਸਾਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਸਾਡੇ ਸਾਹਮਣੇ ਅਗਰ ਸਰੀਰਕ ਰੂਪ ਦੇ ਵਿੱਚ ਜਦੋਂ ਮੌਜੂਦ ਸਨ ਤੇ ਉਹਨਾਂ ਦੇ ਸਰੀਰ ਦਾ ਸਤਿਕਾਰ ਕਰਨਾ ਸੁਭਾਵਕ ਗੱਲ ਸੀ ਸਾਡੇ ਲਈ, ਅਸੀਂ ਕਰਦੇ ਸਾਂ, ਆਪਣਾ ਆਪਾ ਵਾਰਦੇ ਸਾਂ। ਪਰ ਅਸਲ ਗੁਰੂ ਤਾਂ ਉਹਦੀ ਸਿੱਖਿਆ ਹੀ ਹੈ ਨਾ, ਬਾਣੀ ਹੈ। ਇਹ ਕੋਈ ਸਾਡੇ ਮਨ ਦੀ ਮੱਤ ਨਹੀਂ, ਇਹ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਦੇ ਵਿੱਚ ਇਹ ਗੱਲ ਬੜੀ ਸਪਸ਼ਟ ਕਹਿ ਦਿੱਤੀ ਸੀ। ਭਾਵ ਇਹ ਆਰੰਭ ਤੋਂ ਹੀ ਇਹ ਕਨਸੈਪਟ ਦੇ ਵਿੱਚ ਕਿਤੇ ਵੀ ਕੋਈ ਕਨਫਿਊਜ਼ਨ ਨਹੀਂ ਹੈ ਸਾਨੂੰ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸਤਿਗੁਰੂ ਨਾਨਕ ਦੇ ਸਮੇਂ ਦੇ ਉੱਤੇ ਵੀ ਸ਼ਬਦ ਗੁਰੂ ਸੀ। ਤੋ ਇੱਥੇ ਅਸੀਂ ਕਿਤੇ ਚਰਨਾਂ ਦੀ ਉਹ ਭਾਲ ਦੇ ਵਿੱਚ, ਸਰੀਰਕ ਚਰਨਾਂ ਦੀ ਭਾਲ ਦੇ ਵਿੱਚ ਨਾ ਲੱਗ ਜਾਈਏ। ਚਰਨ ਅਸਲ ਵਿੱਚ ਉਹੀ ਹਨ, ਕਿਉਂਕਿ ਬਾਣੀ ਬਾਰ-ਬਾਰ ਕਹਿੰਦੀ ਹੈ ਕਿ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ, ਤੇ ਸਰੀਰਕ ਪੈਰ ਤਾਂ ਹਿਰਦੇ 'ਚ ਰੱਖੇ ਹੀ ਨਹੀਂ ਜਾ ਸਕਦੇ ਨਾ, ਉੱਥੇ ਤਾਂ ਗੁਰੂ ਦੀ ਸਿੱਖਿਆ ਹੀ ਰੱਖੀ ਜਾ ਸਕਦੀ ਹੈ। ਔਰ ਇਹ ਬਾਰ-ਬਾਰ ਸਾਡੇ ਸਾਹਮਣੇ ਗੁਰ ਇਤਿਹਾਸ ਦੇ ਵਿੱਚ ਵੀ ਆਉਂਦਾ ਹੈ। ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਪ੍ਰਕਾਸ਼ ਹੋਇਆ, ਤੇ ਜਦੋਂ ਸੁਖਾਸਨ ਹੁੰਦਾ ਸੀ ਤਾਂ ਗੁਰੂ ਸਾਹਿਬ ਮੰਜੀ ਸਾਹਿਬ ਦੇ ਹੇਠਾਂ ਰਾਤ ਨੂੰ ਵਿਸ਼ਰਾਮ ਕਰਦੇ ਸਨ। ਇਹ ਸਾਨੂੰ ਸਮਝਾਉਣ ਦਾ ਉਹਨਾਂ ਦਾ ਤਰੀਕਾ ਸੀ ਕਿ ਠੀਕ ਹੈ ਕਿ ਮੇਰੀ ਡਿਊਟੀ ਲੱਗੀ ਹੈ ਤੁਹਾਨੂੰ ਗਾਈਡ ਕਰਨ ਦੀ, ਪਰ ਅਸਲ ਗੁਰੂ ਬਾਣੀ ਹੀ ਹੈ। ਅਸਲ ਗੁਰੂ ਉਹ ਅਕਾਲ ਪੁਰਖ ਦੀ ਬਾਣੀ ਹੀ ਹੈ। ਬਾਣੀ ਗੁਰੂ ਹੈ ਬਾਣੀ। ਬਾਣੀ ਦੇ ਬਾਰੇ ਬਾਰ-ਬਾਰ ਜੋ ਉਸਤਤ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਈ ਹੈ, ਉਸੇ ਨੂੰ ਹੀ ਸਾਨੂੰ ਆਧਾਰ ਬਣਾਉਣਾ ਹੈ ਕਿ ਗੁਰਬਾਣੀ ਹੀ ਗੁਰੂ ਹੈ। ਗੁਰਬਾਣੀ ਦੀ ਸ਼ਰਨ ਦੇ ਵਿੱਚ ਪੈ ਕੇ ਹੀ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾ ਸਕਦੇ ਹਾਂ। ਗੁਰਬਾਣੀ ਨਾਲ ਜੁੜ ਕੇ ਹੀ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾ ਕੇ ਉਸ ਅਵਸਥਾ ਤੱਕ ਪਹੁੰਚ ਸਕਦੇ ਹਾਂ ਜਿਹੜਾ ਇਹ ਸਾਰੀ ਬਾਣੀ ਦੇ ਵਿੱਚ ਸਤਿਗੁਰੂ ਸਮਝਾ ਰਹੇ ਹਨ, ਆਨੰਦ ਦੀ ਅਵਸਥਾ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਜਦੋਂ ਚਿੱਤ ਗੁਰੂ ਦੇ ਚਰਨਾਂ ਵਿੱਚ, ਭਾਵ ਗੁਰੂ ਦੀ ਸਿੱਖਿਆ ਵਿੱਚ, ਗੁਰੂ ਦੀ ਬਾਣੀ ਦੇ ਵਿੱਚ ਜੁੜ ਗਿਆ, ਉਹੀ ਦਿਨ ਚੰਗਾ ਹੈ। ਤੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੁੜ ਗਿਆ, ਬਾਣੀ ਦੇ ਵਿੱਚ ਜੁੜ ਗਿਆ, ਤਾਂ ਫਿਰ ਉਹ ਪ੍ਰਭੂ ਪਤੀ ਪਰਮੇਸ਼ਵਰ ਉਹ ਸਾਨੂੰ ਸਪਸ਼ਟ ਆਪਣੇ ਸਾਹਮਣੇ ਹਿਰਦੇ ਵਿੱਚ ਬੈਠਾ ਫਿਰ ਜਾਪੇ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਦਿਸ ਪੈਂਦਾ ਹੈ। ਤਾਂ ਇੱਥੇ ਸਤਿਗੁਰੂ ਜੀ ਉਹ ਅਵਸਥਾ ਦਾ ਡਿਸਕ੍ਰਾਈਬ ਕਰ ਰਹੇ ਹਨ ਕਿ ਉਹੀ ਦਿਨ ਭਾਗਾਂ ਵਾਲੇ ਹਨ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟਿਕੇ, ਮੱਤ ਟਿਕੇ, ਤੇ ਫਿਰ ਪ੍ਰਭੂ ਪਿਆਰਾ ਜਾਪੇ ਦਿਸ ਪਵ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਅਨਹਤ ਬਾਣੀ ਦੀ ਅਸੀਂ ਵਿਚਾਰ ਬਹੁਤ ਵਾਰੀ ਕਰ ਚੁੱਕੇ ਹਾਂ। ਇਹ ਹੈ ਤਾਂ ਯੋਗ ਮਤ ਦਾ ਕਨਸੈਪਟ ਹੈ, ਪਰ ਗੁਰਮਤ ਦੇ ਅਰਥ ਵਿੱਚ ਇਹਦਾ ਅਰਥ ਸਿਰਫ ਇਤਨਾ ਹੀ ਹੈ, ਉਹ ਬਾਣੀ, ਉਹ ਰਸ, ਉਹ ਧੁਨ, ਸਿਫਤ ਸਲਾਹ ਦੀ, ਪ੍ਰਭੂ ਦੇ ਨਾਮ ਦੀ ਜੋ ਲਗਾਤਾਰ ਅਟੁੱਟ ਚੱਲਦੀ ਰਹੇ, ਅਨਹਤ। ਤਾਂ ਸਤਿਗੁਰੂ ਕਹਿੰਦੇ ਜਿਹੜੀ ਇੱਕ ਰਸ ਚੱਲਦੀ ਹੈ ਬਾਣੀ, ਇੱਕ ਰਸ ਉਸ ਪ੍ਰਭੂ ਦੀ ਸਿਫਤ ਸਲਾਹ ਜੋ ਹੈ, ਜਿਹੜੀ ਉਹਦੀ ਅਨਹਤ ਦਾ ਭਾਵ ਇੱਕ ਰੌ ਚੱਲ ਰਹੀ ਹੈ, ਇੱਕ ਲਹਿਰ ਚੱਲ ਰਹੀ ਹੈ ਮਨ ਦੇ ਵਿੱਚ, ਜਿਹਦਾ ਆਦਿ ਕਿੱਥੇ ਹੈ, ਅੰਤ ਕਿੱਥੇ ਹੈ, ਉਹ ਸਾਨੂੰ ਪਤਾ ਨਾ ਲੱਗੇ, ਉਹ ਅਨਹਤ ਬਾਣੀ। ਸਤਿਗੁਰੂ ਕਹਿੰਦੇ ਹਨ ਕਿ ਇਹ ਗੁਰ ਸ਼ਬਦ ਜਾਣੀ ਗੁਰੂ ਦੀ ਸਿੱਖਿਆ ਦੇ ਨਾਲ ਪ੍ਰਾਪਤ ਹੋਏਗੀ, ਭਾਵ ਗੁਰੂ ਦੀ ਬਾਣੀ ਦੇ ਨਾਲ ਜੁੜਨ ਨਾਲ ਹੀ ਇਹ ਪ੍ਰਾਪਤ ਹੋਏਗੀ। ਸਾਡੇ ਮਨ ਦੇ ਵਿੱਚ ਜਿਹੜਾ ਵੀ ਬਦਲਾਅ ਲਿਆਣਾ ਹੈ, ਜਿਹੜੀ ਟਰਾਂਸਫਰਮੇਸ਼ਨ ਲਿਆਣੀ ਹੈ, ਉਹ ਗੁਰ ਸ਼ਬਦ ਨੇ, ਗੁਰੂ ਦੀ ਸਿੱਖਿਆ ਨੇ, ਗੁਰੂ ਦੀ ਬਾਣੀ ਨੇ, ਜੋ ਅਕਾਲ ਪੁਰਖ ਦਾ ਹੀ ਰੂਪ ਹੈ। ਪੋਥੀ ਪਰਮੇਸ਼ਰ ਕਾ ਥਾਨ, ਇਹ ਬਾਣੀ ਪ੍ਰਭੂ ਦੀ ਬਾਣੀ ਹੈ, ਇਹ ਬਾਣੀ ਪ੍ਰਭੂ ਦਾ ਰੂਪ ਹੈ। ਇਹਦੇ ਨਾਲ ਜੁੜਨਾ ਪ੍ਰਭੂ ਨਾਲ ਜੁੜਨਾ ਹੈ, ਇਹਦੇ ਨਾਲ ਜੁੜਨਾ ਗੁਰੂ ਦੇ ਨਾਲ ਜੁੜਨਾ ਹੈ। ਇਹ ਬਾਣੀ ਜੋ ਹੈ
ਇਹ ਇੱਕ ਅਟੁੱਟ ਰੌਚ, ਇੱਕ ਅਟੁੱਟ ਲਹਿਰ ਦੀ ਤਰ੍ਹਾਂ, ਇੱਕ ਅਟੁੱਟ ਤਰੰਗ ਦੀ ਤਰ੍ਹਾਂ ਹਿਰਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ ਦੇ ਨਾਲ ਜੁੜਦੇ। ਉਹ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਅਟੁੱਟ ਸਾਡੇ ਹਿਰਦੇ ਵਿੱਚ ਚੱਲਦੀ ਹੈ। ਹਰ ਨਾਮ ਹਰ ਰਸ ਭੋਗੋ। ਫਿਰ ਹਰੀ ਦਾ ਰਸ ਭਾਵ ਹਰੀ ਦੇ ਨਾਮ ਦਾ, ਹਰ ਨਾਮ ਹਰ ਰਸ, ਰਸ ਭਾਵ ਆਨੰਦ, ਉਹ ਅਟੁੱਟ ਆਨੰਦ ਦੀ ਅਵਸਥਾ। ਫਿਰ ਉਹਨੂੰ ਮਾਣੀ ਦਾ ਭੋਗੋ। ਫਿਰ ਮਾਣੋ ਭਾਈ, ਉਹ ਭੋਗੋ ਉਹਨੂੰ, ਉਹ ਮਾਣੀ ਜਾਓ, ਮਾਣੀ ਜਾਓ। ਜਦੋਂ ਗੁਰੂ ਦੀ ਬਾਣੀ ਦੇ ਨਾਲ, ਗੁਰਬਾਣੀ ਦੇ ਨਾਲ ਮਨ ਜੁੜ ਗਿਆ ਤਾਂ ਉਹ ਸਿੱਖਿਆ ਪ੍ਰਾਪਤ ਹੋ ਗਈ ਜੋ ਗੁਰੂ ਨੇ ਸਾਨੂੰ ਦਿੱਤੀ ਹੈ। ਤਾਂ ਫਿਰ ਮਨ ਦੇ ਵਿੱਚ ਲਗਾਤਾਰ, ਬਿਲਕੁਲ ਲਗਾਤਾਰ, ਜਿਹਦੇ ਵਿੱਚ ਕੋਈ ਗੈਪ ਨਾ ਹੋਵੇ, ਅਟੁੱਟ ਹੋਵੇ, ਅਨਹਤ ਹੋਵੇ, ਉਹ ਪ੍ਰਭੂ ਦੀ ਸਿਫਤ ਸਲਾਹ ਦੀ ਆਨੰਦਦਾਇਕ ਬਾਣੀ, ਹਰ ਰਸ ਜਿਹੜਾ ਹੈ ਹਿਰਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹਦਾ ਆਨੰਦ ਮਾਣੀ ਦਾ ਹੈ। ਭਾਈ ਉਹ ਆਨੰਦ ਮਾਣੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਤੋ ਇਹ ਗੀਤ ਗਾ, ਕਰਨ ਕਾਰਨ ਜੋਗੋ, ਉਹ ਮਿਲ ਗਿਆ ਹੈ। ਤੇ ਇਹ ਆਨੰਦ ਦੇ ਗੀਤ ਗਾ ਜਿਹਦਾ ਗੁਰੂ ਸਤਿਗੁਰੂ ਜੀ ਨੇ ਸ਼ੁਰੂ ਤੋਂ ਜ਼ਿਕਰ ਕੀਤਾ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹੁਣ ਪ੍ਰਭੂ ਆਪ ਮਿਲਿਆ ਹੈ। ਕਹੈ ਨਾਨਕ ਪ੍ਰਭ ਆਪ ਮਿਲਿਆ ਹੈ। ਤੇ ਆਨੰਦ ਦੇ ਗੀਤ ਗਾ, ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾ, ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ। ਕਰਨ ਕਾਰਨ, ਉਹ ਸਭ ਗੱਲਾਂ ਦਾ, ਜੋ ਸਭ ਕੁਝ ਕਰਨ ਕਾਰਨ ਸਮਰੱਥ ਜੋ ਹੈ, ਸਭ ਕੁਝ ਕਰਨ ਜੋਗੋ। ਜੋਗੋ ਭਾਵ ਜਿਹਦੇ ਵਿੱਚ ਸਮਰੱਥਾ ਹੈ, ਉਹ ਜੋਗਾ ਹੈ, ਉਹ ਸਮਰੱਥਾ ਹੈ ਜਿਹਦੇ ਵਿੱਚ ਸਭ ਕੁਝ ਕਰਨ ਦੀ, ਕਰਨ ਕਾਰਨ ਸਮਰੱਥ ਹੈ। ਉਹ ਮਿਲ ਗਿਆ ਹੈ, ਉਹ ਮੈਨੂੰ ਆਪ ਆ ਕੇ ਮਿਲ ਗਿਆ ਹੈ, ਉਹ ਮੇਰੇ ਹਿਰਦੇ ਵਿੱਚ ਆ ਕੇ ਬੈਠ ਗਿਆ ਹੈ। ਮੇਰੇ ਹਿਰਦੇ ਵਿੱਚ ਉਹਦੇ ਬੈਠਣ ਨਾਲ ਆਨੰਦ ਦੀ ਅਵਸਥਾ ਬਣ ਗਈ ਹੈ। ਤੇ ਹੁਣ ਕੀ ਕਰ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣ। ਹੁਣ ਸਤਿਗੁਰੂ ਜੀ ਇੱਥੇ ਸਾਨੂੰ ਇਹ ਸਮਝਾ ਰਹੇ ਨੇ ਕਿ ਆਨੰਦ ਤਾਂ ਉਦੋਂ ਹੀ ਬਣਨਾ ਹੈ ਜਦੋਂ ਪ੍ਰਭ ਆਗਮ ਹੋ ਜਾਵੇ। ਪ੍ਰਭ ਆਗਮ ਸਾਡੇ ਹਿਰਦੇ ਵਿੱਚ, ਪ੍ਰਭੂ ਦਾ ਆਗਮਨ ਹੋ ਜਾਵੇ, ਫੇਰ ਹੀ ਚਾਉ ਤੇ ਆਨੰਦ ਤੇ ਮੰਗਲ ਦੀ ਅਵਸਥਾ ਬਣਦੀ। ਉਸ ਤੋਂ ਬਿਨਾਂ ਨਹੀਂ। ਅਸੀਂ ਦੁਨਿਆਵੀ ਰਸ ਜਿੰਨੇ ਮਰਜ਼ੀ ਲੈ ਲਈਏ, ਉਹ ਆਨੰਦ ਦੀ ਅਵਸਥਾ ਨਹੀਂ ਬਣ ਸਕਦੀ। ਆਨੰਦ ਦਾ ਸੰਬੰਧ ਕੇਵਲ ਉਸ ਪ੍ਰਭੂ ਦੇ ਆਗਮ ਨਾਲ, ਪ੍ਰਭੂ ਦੇ ਪ੍ਰਕਾਸ਼ਮਾਨ ਹੋਣ ਨਾਲ, ਪ੍ਰਭੂ ਦਾ ਹਿਰਦੇ ਵਿੱਚ ਨਿਵਾਸ ਕਰਨ ਨਾਲ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ। ਤੋ ਆਨੰਦ ਕੇਵਲ ਪ੍ਰਭੂ ਦੇ ਹਿਰਦੇ ਵਿੱਚ ਨਿਵਾਸ ਕਰਨ ਨਾਲ ਬਣਨਾ ਹੈ। ਤੇ ਉਹ ਜਦੋਂ ਨਿਵਾਸ ਹੋ ਗਿਆ ਤਾਂ ਹਿਰਦਾ ਪਵਿੱਤਰ ਹੋ ਗਿਆ, ਫਿਰ ਪਵਿੱਤਰ ਮੰਦਰ ਬਣ ਗਿਆ। ਹਿਰਦਾ ਮੰਦਰ ਜੋ ਹੈ, ਇਹ ਜੋ ਗ੍ਰਹਿ ਹੈ, ਉਹਦੇ ਨਿਵਾਸ ਦੀ ਜਗ੍ਹਾ ਹੈ, ਘਰ ਹੈ ਉਹਦਾ, ਫਿਰ ਉਹ ਮੰਦਰ ਬਣ ਗਿਆ, ਉਹ ਪਵਿੱਤਰ ਹੋ ਗਿਆ। ਫਿਰ ਉਹਦੇ ਚ ਸਿਰਫ ਔਗੁਣ ਹੀ ਨਹੀਂ, ਵਿਕਾਰ ਹੀ ਨਹੀਂ, ਉਹੀ ਨਹੀਂ ਨਿਕਲ ਗਏ, ਸੋਗ ਤੇ ਦੁੱਖ ਵੀ ਸਭ ਕੁਝ ਨਿਕਲ ਗਿਆ। ਸੋਗ ਦੁੱਖ ਨਾ ਵਿਆਪੇ। ਫਿਰ ਨਾ ਸਰੀਰ ਉੱਤੇ, ਮਨ ਉੱਤੇ ਕੋਈ ਸੋਗ ਤੇ ਦੁੱਖ ਦਾ ਜ਼ੋਰ ਚੱਲਦਾ। ਇਹ ਨਹੀਂ ਕਿ ਆਉਂਦੇ ਨਹੀਂ, ਆਉਂਦੇ ਹਨ, ਕਿਉਂਕਿ ਇਹ ਤਾਂ ਸੁੱਖ ਦੁੱਖ ਦੋਨੋਂ ਕੱਪੜੇ ਹਨ। ਉਹ ਆਉਂਦੇ ਹਨ ਪਰ ਵਿਆਪਦੇ ਨਹੀਂ, ਉਹ ਸਾਡੇ ਮਨ ਦੇ ਉੱਤੇ ਅਸਰ ਨਹੀਂ ਪਾਉਂਦੇ। ਮਨ ਦੀ ਅਵਸਥਾ ਸੋਗ ਵਾਲੀ, ਦੁੱਖ ਵਾਲੀ ਨਹੀਂ ਬਣਦੀ। ਗ੍ਰਹਿ ਮੰਦਰ ਬਣ ਗਿਆ, ਮਨ ਵਿਕਾਰਾਂ ਤੋਂ ਮੁਕਤ ਹੋ ਗਿਆ। ਪਰ ਇਹ ਜੋ ਅਵਸਥਾ ਹੈ ਉਹ ਮਿਲਣੀ ਕੇਵਲ ਗੁਰੂ ਦੇ ਚਰਨਾਂ ਨਾਲ, ਭਾਵ ਗੁਰੂ ਦੀ ਬਾਣੀ ਨਾਲ, ਗੁਰੂ ਦੀ ਸਿੱਖਿਆ ਨਾਲ ਜੁੜ ਕੇ ਹੈ। ਸਾਡੇ ਆਪਣੇ ਯਤਨਾਂ ਨਾਲ ਨਹੀਂ ਹੋਣੀ। ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਜੇ ਇਹ ਸਾਡੀ ਮਿਹਨਤ ਨਾਲ ਪ੍ਰਾਪਤ ਹੁੰਦਾ ਤਾਂ ਕੀ ਅਸੀਂ ਇਹਨਾਂ ਜੂਨਾਂ ਦੇ ਵਿੱਚ ਭਟਕਦੇ ਫਿਰਦੇ, ਇਹ ਮਨੁੱਖਾ ਜਨਮ ਤੱਕ ਪਹੁੰਚਦੇ? ਗੁਰੂ ਦੇ ਚਰਨਾਂ ਤੱਕ ਪਹੁੰਚਣ ਦੀ ਲੋੜ ਹੀ ਤਾਂ ਹੈ ਕਿਉਂਕਿ ਸਾਡੇ ਆਪਣੇ ਯਤਨਾਂ ਨਾਲ ਇਹ ਪ੍ਰਾਪਤ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਕਹਿ ਰਹੇ ਹਨ, ਦਿਨ ਹੈ ਹੀ ਉਹ ਚੰਗਾ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਲੱਗੇ, ਗੁਰੂ ਦੀ ਬਾਣੀ ਨਾਲ ਜੁੜੇ। ਇਹ ਸਾਡੇ ਆਪਣੇ ਵੱਸ ਦੀ ਖੇਡ ਨਹੀਂ ਹੈ। ਇਹ ਜਦੋਂ ਗੁਰੂ ਦੀ ਸਿੱਖਿਆ ਨਾਲ ਜੁੜਾਂਗੇ, ਫੇਰ ਹੀ ਹਿਰਦੇ ਦੇ ਵਿੱਚ ਪ੍ਰਭ ਆਗਮ ਹੋਏਗਾ, ਪ੍ਰਭੂ ਦਾ ਆਗਮਨ ਹੋਏਗਾ, ਫਿਰ ਗ੍ਰਹਿ ਮੰਦਰ ਬਣੇਗਾ। ਉਸ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਆਪਣੀ ਮੱਤ ਨਾਲ ਅਸੀਂ ਕੁਝ ਨਹੀਂ ਪ੍ਰਾਪਤ ਕਰ ਸਕਦੇ। ਆਪਣੀ ਮੱਤ ਨਾਲ ਪ੍ਰਾਪਤ ਕਰਨਾ ਹੁੰਦਾ ਤਾਂ ਫਿਰ ਤਾਂ ਗੱਲ ਹੀ ਕਾਹਦੀ ਸੀ।
ਸਤਿਗੁਰੂ ਜੀ, ਇਹ ਪ੍ਰਭੂ ਦੀਆਂ ਵਡਿਆਈਆਂ ਦੇ ਗਾਉਣ ਦੇ ਨਾਲ ਹੀ ਪ੍ਰਭੂ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੋਣਾ, ਇਹ ਗੱਲ ਸਾਨੂੰ ਸਮਝਾ ਰਹੇ ਹਨ। ਜਦੋਂ ਅੰਦਰ ਪ੍ਰਭੂ ਦੀਆਂ ਵਡਿਆਈਆਂ ਇਹ ਅੰਦਰ ਚੱਲਣੀਆਂ ਸ਼ੁਰੂ ਹੋ ਜਾਣ, ਅੰਦਰ ਇਹ ਗੀਤ ਚੱਲਣਾ ਸ਼ੁਰੂ ਹੋ ਜਾਏ, ਹਰ ਮੰਗਲ ਗਾਓ ਸਖੀ ਵਾਲੀ ਅਵਸਥਾ ਹੋ ਜਾਏ, ਜਦੋਂ ਇਹ ਅਵਸਥਾ ਬਣ ਜਾਏ ਤਾਂ ਪ੍ਰਭੂ ਦਾ ਪ੍ਰਕਾਸ਼ ਹੈ। ਜੇ ਇਹ ਅਵਸਥਾ ਸਾਡੀ ਸੁਤੇ ਸਿੱਧ ਨਹੀਂ ਬਣ ਰਹੀ ਤਾਂ ਫਿਰ ਪ੍ਰਭ ਆਗਮ ਦੀ ਅਵਸਥਾ ਨਹੀਂ, ਕਿਉਂਕਿ ਮਨ ਦੇ ਵਿੱਚ ਚਾਓ ਪ੍ਰਭੂ ਦੇ ਆਗਮਨ ਨਾਲ ਹੋਣਾ ਹੈ, ਪ੍ਰਭੂ ਦੇ ਆਗਮਨ ਨਾਲ ਮੰਗਲ ਗਾਓ ਦੀ ਅਵਸਥਾ ਹੋਣੀ ਹੈ। ਤਾਂ ਇਹ ਨਿਸ਼ਾਨੀ ਸਾਨੂੰ ਪੱਕੀ ਸਤਿਗੁਰੂ ਦੱਸ ਰਹੇ ਹਨ ਕਿ ਭਾਈ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ ਕਿ ਤੇਰੇ ਮਨ ਦੀ ਇਹ ਅਵਸਥਾ ਬਣੀ ਹੈ, ਤੇਰਾ ਮਨ ਉਨਾ ਪਵਿੱਤਰ ਬਣ ਗਿਆ ਜਿੰਨਾ ਪਵਿੱਤਰ ਇੱਕ ਮੰਦਰ ਹੁੰਦਾ ਹੈ। ਕੀ ਤੇਰੇ ਅੰਦਰ ਸੋਗ ਤੇ ਦੁੱਖ ਨਿਕਲ ਗਏ ਹਨ, ਉਹਨਾਂ ਦਾ ਜ਼ੋਗ ਨਹੀਂ ਪੈਂਦਾ, ਉਹ ਤੇਰੇ ਤੇ ਜ਼ੋਰ ਨਹੀਂ ਪੈ ਰਿਹਾ, ਤੇਰੇ ਮਨ ਦੇ ਉੱਤੇ ਵਿਆਪ ਨਹੀਂ ਰਹੇ ਤੇ ਅੰਦਰ ਸੋਗ ਦੁੱਖ ਆ ਰਹੇ ਨੇ, ਉਹਨਾਂ ਦਾ ਅਸਰ ਹੋ ਨਹੀਂ ਰਿਹਾ। ਤੇ ਅੰਦਰ ਕੀ ਹੋ ਰਿਹਾ? ਅੰਦਰ ਹੋ ਰਿਹਾ ਹਰ ਮੰਗਲ ਗਾਓ ਔਰ ਗਾਓ ਮੰਗਲ ਨਿਤ ਸਖੀ। ਸੋਗ ਦੁੱਖ ਨਾ ਵਿਆਪੇ, ਸੋਗ ਦੁੱਖ ਆ ਵੀ ਗਏ ਨੇ, ਵਿਆਪ ਨਹੀਂ ਰਹੇ, ਅੰਦਰ ਤੇ ਮੰਗਲ ਸਦਾ ਚੱਲ ਰਿਹਾ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਸਦਾ ਚੱਲ ਰਹੀ ਹੈ। ਤੋ ਇਹ ਸਤਿਗੁਰੂ ਸਾਨੂੰ ਇਹ ਨਿਸ਼ਾਨੀਆਂ ਦੱਸ ਰਹੇ ਹਨ ਕਿ ਭਾਈ ਆਪਣੇ ਹਿਰਦੇ ਦੇ ਵਿੱਚ ਝਾਤੀ ਮਾਰ, ਅੰਦਰ ਦੇਖ ਤੇ ਫਿਰ ਗੁਰੂ ਚਰਨਾਂ ਵੱਲ ਲੱਗ। ਗੁਰੂ ਦੇ ਚਰਨਾਂ ਨਾਲ ਲੱਗੇਗਾ ਤੇ ਆਪਣਾ ਪਿਰ ਜਾਪੇ, ਫਿਰ ਉਹ ਪਿਰ ਜਿਹੜਾ ਹੈ ਉਹ ਪ੍ਰਭੂ ਹੈ, ਉਹ ਦਿਸਣਾ ਸ਼ੁਰੂ ਹੋ ਜਾਏਗਾ ਤੈਨੂੰ ਆਪਣੇ ਹਿਰਦੇ ਦੇ ਵਿੱਚ। ਤੋ ਸਤਿਗੁਰੂ ਜੀ ਕਹਿ ਰਹੇ ਹਨ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਤੋ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਜਿੱਥੇ ਪਹਿਲੇ ਸਾਰੀ ਪ੍ਰੇਰਨਾ ਦਿੰਦੇ ਆ ਰਹੇ ਹਨ ਕਿ ਭਾਈ ਪ੍ਰਭੂ ਦੇ ਨਾਲ ਜੁੜ, ਆਨੰਦ ਦੀ ਪ੍ਰਾਪਤੀ ਕਰ, ਤੇ ਹੁਣ ਇਹ ਦੇਖ ਵੀ ਲੈ ਕਿ ਤੇਰੀ ਅਵਸਥਾ ਕੀ ਹੈ। ਤੇ ਸਤਿਗੁਰੂ ਅੱਗੇ ਚੱਲਦੇ ਹਨ, ਅਗਲੀ ਪੌੜੀ ਦੇ ਵਿੱਚ ਸਤਿਗੁਰੂ ਸਾਨੂੰ ਫੇਰ ਉਹ ਪ੍ਰੇਰਨਾ ਦੇ ਰਹੇ ਹਨ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਹੁਣ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਇਹ ਮੇਰੇ ਸਰੀਰ ਇਸ ਜਗ ਮੈਂ ਆਏ ਕਹਿ, ਇਸ ਜਗਤ ਦੇ ਵਿੱਚ ਆ ਕੇ ਭਾਵ ਜਨਮ ਲੈ ਕੇ, ਕਿਆ ਤੁਧ ਕਰਮ ਕਮਾਇਆ। ਹੁਣ ਇਹਦਾ ਅਰਥ ਤੇ ਇਹ ਬਣਦਾ, ਤੂੰ ਕਿਹੜਾ ਕੰਮ ਕੀਤਾ, ਕਿਹੜਾ ਕੰਮ ਕੀਤਾ, ਭਾਵ ਕਿ ਤੂੰ ਕੁਝ ਵੀ ਨਹੀਂ ਕੀਤਾ ਹਾਲੇ ਤੱਕ। ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਤੋਂ ਛੋਟਿਆਂ ਨੂੰ, ਬੱਚਿਆਂ ਨੂੰ ਕਹਿੰਦੇ ਹਾਂ ਵੀ ਤੂੰ ਕੀਤਾ ਕੀ ਹੈ, ਭਾਵ ਤੂੰ ਕੁਝ ਨਹੀਂ ਕੀਤਾ। ਇੱਥੇ ਵੀ ਉਹੀ ਅਰਥ ਹੈ, ਕਿਆ ਤੁਧ ਕਰਮ ਕਮਾਇਆ, ਤੂੰ ਕਿਹੜਾ ਕੰਮ ਕਮਾਇਆ, ਕਿਹੜਾ ਕੰਮ ਕੀਤਾ। ਤੂੰ ਤਾਂ ਹੋਰ ਕੰਮਾਂ 'ਚ ਲੱਗਾ ਹੋਇਆ, ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਸੀ ਉਹ ਤਾਂ ਤੂੰ ਕੀਤਾ ਕੋਈ ਨਹੀਂ। ਕਿਆ ਕਰਮ ਕਮਾਇਆ, ਕੁਛ ਨਹੀਂ ਕਮਾਇਆ ਤੂੰ ਕਰਮ। ਇੱਕ ਵਾਰੀ ਫਿਰ ਸਤਿਗੁਰੂ ਕਹਿੰਦੇ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਦੋਂ ਦਾ ਤੂੰ ਸੰਸਾਰ ਦੇ ਵਿੱਚ ਆਇਆ ਹੈ, ਜਨਮ ਲਿਆ ਹੈ, ਪ੍ਰਭੂ ਦੇ ਸਿਮਰਨ ਦਾ ਜਿਹੜਾ ਤੇਰਾ ਕੰਮ ਸੀ ਕਰਨ ਵਾਲਾ, ਉਹ ਤਾਂ ਤੂੰ ਕੀਤਾ ਨਹੀਂ, ਤਾਂ ਫਿਰ ਤੂੰ ਕੀ ਕੰਮ ਕੀਤਾ? ਕੁਝ ਵੀ ਨਹੀਂ ਕੀਤਾ। ਕਿ ਕਰਮ ਕਮਾਇਆ ਤੁਧ ਸਰੀਰਾ, ਇਹ ਮੇਰੇ ਸਰੀਰ, ਤੈਨੂੰ ਇੰਨਾ ਸੋਹਣਾ ਬਣਾਇਆ ਰੱਬ ਨੇ, ਇੰਨੀ ਤੈਨੂੰ ਸਮਰੱਥਾ ਦਿੱਤੀ, ਇੰਨਾ ਪਰਫੈਕਟ ਸਰੀਰ ਤੈਨੂੰ, ਮਤਲਬ ਸਾਰੇ ਗੁਣ ਤੇਰੇ ਵਿੱਚ ਪਾ ਦਿੱਤੇ ਹੋਣੇ, ਪਰ ਤੂੰ ਜੋ ਤੂੰ ਕੰਮ ਕਰਨਾ ਸੀ, ਜਿਹੜਾ ਕੰਮ ਕਰਨ ਲਈ ਤੂੰ ਆਇਆ ਸੀ, ਜਾਂ ਤੂੰ ਜਗ ਮੈਂ ਆਇਆ, ਜਿਹੜਾ ਕੰਮ ਕਰਨ ਲਈ ਤੂੰ ਆਇਆ ਸੀ ਉਹ ਤੇ ਤੂੰ ਕੀਤਾ ਕੋਈ ਨਹੀਂ। ਕਿ ਕਰਮ ਕਮਾਇਆ ਤੁਧ ਸਰੀਰਾ, ਕਿਹੜਾ ਕੰਮ ਨਹੀਂ ਕੀਤਾ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਜਿਹਨੇ ਤੈਨੂੰ ਪੈਦਾ ਕੀਤਾ, ਜਿਸ ਹਰੀ ਨੇ, ਉਹਨੂੰ ਤੂੰ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ।
ਉਹਦੀ ਯਾਦ ਤੂੰ ਕਦੇ ਕੀਤੀ ਕੋਈ ਨਹੀਂ, ਉਹਦੀ ਯਾਦ ਵਿੱਚ ਜੁੜਿਆ ਹੀ ਨਹੀਂ ਕਦੀ। ਸੋ ਹਰ ਮਨ ਨਾ ਵਸਾਇਆ, ਮਨ ਦੇ ਵਿੱਚ ਉਹਨੂੰ ਵਸਾਇਆ ਹੀ ਨਹੀਂ, ਤਾਂ ਫਿਰ ਤੂੰ ਕੀਤਾ ਕੀ ਹੈ? ਸਤਿਗੁਰੂ ਜੀ ਸਾਨੂੰ ਟਕੋਰ ਕਰਕੇ ਸਮਝਾ ਰਹੇ ਹਾਂ ਵੀ ਤੂੰ ਕੁਛ ਨਹੀਂ ਕੀਤਾ ਭਾਈ ਜਦ ਦਾ ਤੂੰ ਇਸ ਜਗਤ ਦੇ ਵਿੱਚ ਆਇਆ। ਪਰ ਇਹਦਾ ਅਰਥ ਅਸੀਂ ਇਹ ਨਾ ਕੱਢ ਲਈਏ ਕਿ ਇਹ ਕੰਮ ਮੈਂ ਆਪਣੀ ਹਿੰਮਤ ਨਾਲ, ਆਪਣੇ ਜ਼ੋਰ ਦੇ ਨਾਲ, ਆਪਣੇ ਗੁਣਾਂ ਦੇ ਨਾਲ, ਆਪਣੇ ਉਦਮ ਦੇ ਨਾਲ ਕਰਨਾ ਸੀ। ਨਹੀਂ, ਸਤਿਗੁਰੂ ਅਗਲੀ ਗੱਲ ਜਿਹੜੀ ਸਮਝਾ ਰਹੇ ਹਨ ਉਹ ਬੜੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਹੁਣ ਇਹਦੇ ਸਤਿਗੁਰੂ ਜੀ ਨੇ ਦੋ ਸ਼ਬਦਾਂ ਦਾ ਜ਼ਿਕਰ ਕੀਤਾ ਜਿਹੜੇ ਬੜੇ ਵਿਸ਼ੇਸ਼ ਹਨ। ਇੱਕ ਤਾਂ ਗੁਰ ਪ੍ਰਸਾਦੀ ਤੇ ਦੂਜਾ ਸਤਿਗੁਰੂ ਕਹਿ ਰਹੇ ਹਨ ਪੂਰਬ ਲਿਖਿਆ ਪਾਇਆ। ਪੂਰਬ ਲਿਖਿਆ ਦਾ ਮਤਲਬ ਹੈ ਕਿ ਅੱਜ ਤੋਂ ਪਹਿਲਾਂ ਦਾ ਸਾਰਾ ਸਮਾਂ ਜੋ ਹੈ ਉਹ ਪੂਰਬ ਹੈ। ਪੂਰਬ ਲਿਖਿਆ ਉਹਨੇ ਦਾ ਅਸੀਂ ਇੱਕ ਅਰਥ ਜੇ ਸਨਾਤਨ ਮਤ ਦੀ ਕਰਮ ਫਿਲਾਸਫੀ ਨੂੰ ਪੱਲੇ ਬੰਨ ਲਈਏ ਤਾਂ ਫਿਰ ਅਸੀਂ ਇਹ ਕਹਾਂਗੇ ਕਿ ਹੁਣ ਤੱਕ ਮੈਂ ਜਿਹੜੇ ਕਰਮ ਕੀਤੇ ਸੀਗੇ ਉਹਨਾਂ ਦੇ ਬਲ ਦੇ ਉੱਤੇ ਮੈਂ ਹਰੀ ਨੂੰ ਮਨ ਦੇ ਵਿੱਚ ਵਸਾ ਲੈਣਾ ਸੀ ਤੇ ਵਸਾ ਲਿਆ। ਮੈਂ ਇਹ ਸਮਝ ਸਕਦਾ ਹਾਂ ਕਿਉਂਕਿ ਸਤਿਗੁਰੂ ਮੈਨੂੰ ਕਹਿ ਰਹੇ ਨੇ ਕਿ ਤੂੰ ਨਾਮ ਨਹੀਂ ਜਪਿਆ, ਪ੍ਰਭੂ ਦੇ ਨਾਲ ਨਹੀਂ ਜੁੜਿਆ, ਤਾਂ ਫਿਰ ਮੈਨੂੰ ਲੱਗਿਆ ਕਿ ਮੈਂ ਉਹ ਕਰਮ ਜਿਹੜੇ ਕੀਤੇ ਸਨ ਮੈਨੂੰ ਤਾਂ ਉਹਨਾਂ ਦੇ ਫਲ ਵਜੋਂ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਸੀ। ਪਰ ਇੱਥੇ ਗੁਰਮਤਿ ਦੇ ਵਿੱਚ ਪੂਰਬ ਲਿਖਿਆ ਦਾ ਅਰਥ ਇਹ ਨਹੀਂ ਹੈ। ਗੁਰਮਤਿ ਦੇ ਵਿੱਚ ਕਰਮ ਸਿਧਾਂਤ ਜੋ ਹੈ ਇਹਦੇ ਵਿੱਚ ਕਰਮ ਸ਼ਬਦ ਦੇ ਦੋ ਅਰਥ ਹਨ। ਇੱਕ ਤਾਂ ਉਹ ਕਰਮ ਹਨ ਜੋ ਅਸੀਂ ਕਰਦੇ ਹਾਂ, ਚੰਗਾ ਮਾੜਾ ਕਰਨਾ, ਇਹ ਸਾਡੇ ਲਈ ਧਿਆਨ ਕਰਨ ਜੋਗੀ ਗੱਲ ਹੈ। ਸਤਿਗੁਰੂ ਜੀ ਨੇ ਸਮਝਾਇਆ ਆਪੇ ਬੀਜ ਆਪੇ ਹੀ ਖਾਓ। ਅਸੀਂ ਜਿਹੋ ਜਿਹੇ ਕਰਮ ਕਰਾਂਗੇ ਉਹ ਫਲ ਸਾਨੂੰ ਮਿਲਣਾ ਲਾਜ਼ਮੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਗੁਰਮਤਿ ਸਿਧਾਂਤ ਜੋ ਕਰਮ ਦਾ ਸਿਧਾਂਤ ਹੈ, ਜਿੱਥੋਂ ਇਹ ਪੂਰਬ ਲਿਖਿਆ ਸਤਿਗੁਰੂ ਸਾਨੂੰ ਸਮਝਾ ਰਹੇ ਹਨ, ਉਹ ਸਿਧਾਂਤ ਤੇ ਸਨਾਤਨ ਮਤ ਦੇ ਕਰਮ ਸਿਧਾਂਤ ਦੇ ਵਿੱਚ ਬਹੁਤ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਵਾਰੀ ਆਪਾਂ ਇੱਕ ਸੈਸ਼ਨ ਇਹਦੇ ਉੱਤੇ ਕੀਤਾ ਸੀ, ਉਹਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਰਮ ਸਿਧਾਂਤ ਜੋ ਸਨਾਤਨ ਮਤ ਦਾ ਹੈ ਉਹ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਕਰਮ ਮੈਂ ਕਰ ਲਿਆ ਮੈਨੂੰ ਉਹਦਾ ਫਲ ਮਿਲਣਾ ਲਾਜ਼ਮੀ ਹੈ। ਫਿਰ ਉਹਦਾ ਚੰਗਾ ਕਰਮ ਮੈਂ ਕੀਤਾ ਹੈ ਤਾਂ ਮੈਨੂੰ ਉਹਦਾ ਚੰਗਾ ਫਲ ਵੀ ਲਾਜ਼ਮੀ ਹੈ, ਉਹਨੂੰ ਤਾਂ ਰੱਬ ਵੀ ਨਹੀਂ ਰੋਕ ਸਕਦਾ। ਇਹ ਕਰਮ ਸਿਧਾਂਤ ਸਨਾਤਨ ਮਤ ਦਾ, ਸਾਡਾ ਇਹ ਮਤ ਨਹੀਂ। ਗੁਰਮਤਿ ਇਹ ਕਹਿੰਦੀ ਹੈ ਕਿ ਜੋ ਵੀ ਸਾਨੂੰ ਫਲ ਮਿਲਣਾ ਹੈ ਅਸੀਂ ਚੰਗੇ ਕਰਮ ਕਰਨੇ, ਸਾਡੀ ਜ਼ਿੰਮੇਵਾਰੀ ਹੈ ਇਸ ਜਗਤ ਦੇ ਵਿੱਚ ਆ ਕੇ। ਇਹ ਠੀਕ ਗੱਲ ਹੈ, ਪਰ ਕਿਸ ਚੀਜ਼ ਦਾ ਕੀ ਫਲ ਮਿਲਣਾ ਹੈ ਇਹ ਮੈਂ ਨਹੀਂ ਨਿਯਤ ਕਰ ਸਕਦਾ, ਜਾਂ ਕੋਈ ਮੈਥਮੈਟੀਕਲ ਫਾਰਮੂਲਾ ਨਹੀਂ ਨਿਯਤ ਕਰ ਸਕਦਾ। ਇਹ ਉਸ ਅਕਾਲ ਪੁਰਖ ਨੇ ਦੇਣਾ, ਇਹ ਉਹਦੀ ਕਿਰਪਾ ਦੇ ਨਾਲ ਮਿਲਣਾ ਹੈ, ਇਹ ਉਹਦੇ ਪ੍ਰਸਾਦ ਦੇ ਨਾਲ ਮਿਲਣਾ ਹੈ, ਉਹਦੀ ਮਿਹਰ ਦੇ ਨਾਲ ਮਿਲਣਾ ਹੈ। ਤਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਸੀਂ ਕਰਮ ਤਾਂ ਕਰਦੇ ਹਾਂ ਪਰ ਜੋ ਸਾਨੂੰ ਮਿਲਦਾ ਹੈ ਉਹ ਕਰਮ ਨਾਲ ਮਿਲਦਾ ਹੈ, ਭਾਵ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਫਲ ਸਾਨੂੰ ਕੀ ਮਿਲਣਾ ਹੈ ਉਹ ਪ੍ਰਭੂ ਦੀ ਮਿਹਰ ਹੈ, ਸਾਡਾ ਉਹਦੇ ਤੇ ਕੋਈ ਹੱਕ ਨਹੀਂ ਹੈ, ਸਾਡਾ ਕੋਈ ਇਹ ਨਹੀਂ ਹੈ ਕਿ ਮੇਰਾ ਰਾਈਟ ਬਣਦਾ ਹੈ, ਉਹ ਉਸ ਪ੍ਰਭੂ ਦੀ ਮਿਹਰ ਹੈ। ਇਸੇ ਗੱਲ ਨੂੰ ਹੀ ਸਤਿਗੁਰੂ ਜੀ ਨੇ ਕਿਹਾ ਹੈ ਕਿ ਪੂਰਬ ਲਿਖਿਆ ਪਾਇਆ, ਭਾਵ ਜਿਸ ਦੇ ਪੂਰਬਲੇ ਕਰਮ ਉਸ ਪ੍ਰਭੂ ਦੀ ਕਿਰਪਾ ਦੇ ਨਾਲ, ਪ੍ਰਭੂ ਦੀ ਕਰਮ ਦੇ ਨਾਲ ਉਗੜ ਆਉਂਦੇ ਹਨ, ਪੂਰਬ ਲਿਖੇ ਪ੍ਰਗਟ ਹੋ ਜਾਂਦੇ ਹਨ, ਉਹਦੀ ਕਿਰਪਾ ਪ੍ਰਗਟ ਹੋ ਜਾਂਦੀ ਹੈ। ਤਾਂ ਉਹਦੇ ਉੱਤੇ ਕੀ ਪੂਰਬ ਲਿਖੇ ਕਰਮ, ਪੂਰਬ ਲਿਖੀ ਮਿਹਰ ਸਾਨੂੰ ਕਿੱਦਾਂ ਪ੍ਰਾਪਤ ਹੁੰਦੀ ਹੈ? ਗੁਰ ਪ੍ਰਸਾਦੀ ਹਰ ਮਨ ਵਸਿਆ। ਮਿਹਰ ਇਹ ਹੈ ਕਿ ਸਾਡੇ ਉੱਤੇ ਗੁਰੂ ਦੀ ਵੀ ਕਿਰਪਾ ਹੋ ਜਾਏ। ਪ੍ਰਭੂ ਦੀ ਮਿਹਰ ਇਹੀ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਲੱਗ ਜਾਈਏ, ਗੁਰੂ ਦੀ ਸਿੱਖਿਆ ਗ੍ਰਹਿਣ ਕਰੀਏ, ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਗੁਰੂ ਦੀ ਸਿੱਖਿਆ ਦਾ ਰੂਪ ਬਣਾ ਲਈਏ, ਤੇ ਫਿਰ ਗੁਰ ਪ੍ਰਸਾਦ ਦੀ ਅਵਸਥਾ ਆਉਂਦੀ ਹੈ। ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੇ ਨਾਲ ਹੀ ਹਰ ਮਨ ਵਸਿਆ। ਉਹਨੇ ਸਤਿਗੁਰੂ ਜੀ ਨੇ ਪਹਿਲੇ 3 ਪੰਕਤੀਆਂ ਦੇ ਵਿੱਚ ਕਿਹਾ ਕਿ ਤੂੰ ਉਹਦੇ ਨਾਲ ਜੁੜਿਆ ਹੀ ਨਹੀਂ, ਤਾਂ ਮੈਂ ਇਹ ਨਹੀਂ ਸੋਚ ਲੈਣਾ ਕਿ ਉਹਦੇ ਨਾਲ ਜੁੜਨਾ ਮੇਰੇ ਵੱਸ ਵਿੱਚ ਸੀ। ਮੇਰੇ ਵੱਸ ਵਿੱਚ ਸਿਰਫ ਇਤਨਾ ਹੀ ਹੈ ਕਿ ਮੈਂ ਪ੍ਰਭੂ ਦੀ ਕਿਰਪਾ ਕਰਮ ਪ੍ਰਾਪਤ ਕਰਕੇ ਗੁਰੂ ਦੀ ਸ਼ਰਨ ਜਾ ਪਾਵਾਂ, ਉਹਦੀ ਸਿੱਖਿਆ ਤੇ ਅਮਲ ਕਰਨਾ ਮੇਰਾ ਯਤਨ ਇੱਥੇ ਤੱਕ ਹੀ ਹੈ। ਇਹ ਪਹਿਲੀਆਂ ਪੰਕਤੀਆਂ ਦਾ ਅਰਥ ਸੀ ਇਹ ਨਹੀਂ ਹੈ ਕਿ ਮੈਂ ਹੀ ਕਰਨਾ ਸੀ, ਇਹ ਫਲ ਵੀ ਮੈਂ ਹੀ ਲੈਣਾ ਸੀ, ਰੱਬ ਨੂੰ ਮੈਂ ਫੜ ਕੇ ਆਪਣੇ ਮਨ ਦੇ ਵਿੱਚ ਵਸਾ ਲੈਣਾ ਸੀ। ਨਹੀਂ,
ਇਹ ਗੱਲ ਨਹੀਂ ਹੈ। ਮੈਂ ਉਹਦੇ ਨਾਲ ਜੁੜਨਾ ਹੈ, ਪ੍ਰਭੂ ਦੀ ਕਿਰਪਾ ਪ੍ਰਾਪਤ ਕਰਨੀ ਹੈ। ਪਰ ਹਰਮਨ ਵਸਿਆ ਦੀ ਅਵਸਥਾ ਜਿਹੜੀ ਹੈ, ਸਤਿਗੁਰੂ ਕਹਿ ਰਹੇ ਹਨ ਗੁਰ ਪ੍ਰਸਾਦ, ਇਹ ਗੁਰੂ ਦੀ ਕਿਰਪਾ ਨਾਲ ਹੀ ਮਨ ਦੇ ਵਿੱਚ ਪ੍ਰਭੂ ਵਸਦਾ ਹੈ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ, ਉਹਦੇ ਉੱਤੇ ਹੀ ਇਹ ਅਵਸਥਾ ਬਣੇਗੀ ਕਿ ਹਰ ਮਨ ਵਸੇ। ਪੂਰਬਲੇ ਕਰਮਾਂ ਨਾਲ ਸਾਡੇ ਜੋ ਪੂਰਬਲੇ ਕੰਮ ਕੀਤੇ ਹੋਏ ਹਨ, ਉਹਨਾਂ ਦੇ ਫਲ ਵਜੋਂ ਅਕਾਲ ਪੁਰਖ ਨੇ ਕਰਮ ਕੀਤਾ, ਮਿਹਰ ਕੀਤੀ, ਅਸੀਂ ਗੁਰੂ ਦੀ ਸ਼ਰਨ ਵਿੱਚ ਗਏ, ਗੁਰੂ ਨੇ ਮਿਹਰ ਕੀਤੀ, ਸਾਨੂੰ ਉਸ ਰਾਹ ਦੇ ਉੱਤੇ ਤੋਰ ਦਿੱਤਾ, ਉਂਗਲ ਫੜ ਕੇ ਲੈ ਗਿਆ ਤੇ ਫਿਰ ਹਰ ਮਨ ਵਸਿਆ। ਅੰਤਲੀ ਪੰਕਤੀ ਦੇ ਵਿੱਚ ਸਤਿਗੁਰੂ ਨਤੀਜਾ ਕੱਢ ਰਹੇ ਹਨ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ। ਨਾਨਕ ਆਖਦਾ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਦਿਆਲ ਹੋ ਕੇ ਸਾਡੇ ਤੇ ਮਿਹਰ ਕਰਕੇ ਕਹਿ ਰਹੇ ਹਨ ਕਿ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਸ ਮਨੁੱਖ ਨੇ, ਜਿਨ ਭਾਵ ਜਿਹੜੇ ਮਨੁੱਖ ਨੇ ਸਤਿਗੁਰ ਸਿਉ ਚਿਤ ਲਾਇਆ, ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲਿਆ, ਭਾਵ ਸਤਿਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਲਿਆ, ਜਿਵੇਂ ਕਿ ਪਹਿਲਾਂ ਉਹਨਾਂ ਨੇ ਕਿਹਾ ਹੈ, ਜਿਸ ਦਾ ਭਾਵ ਹੈ ਕਿ ਸਤਿਗੁਰੂ ਦੀ ਸਿੱਖਿਆ ਦੇ ਵਿੱਚ ਚਿੱਤ ਨੂੰ ਜੋੜ ਲਿਆ, ਸਤਿਗੁਰੂ ਦੀ ਸਿੱਖਿਆ ਮਨ ਦੇ ਵਿੱਚ ਵਸਾ ਲਈ, ਆਪਣੇ ਜੀਵਨ ਨੂੰ ਸਿੱਖਿਆ ਦੇ ਮੁਤਾਬਕ ਢਾਲਣਾ ਸ਼ੁਰੂ ਕਰ ਦਿੱਤਾ, ਆਪਣੇ ਗੁਰਬਾਣੀ ਬਣੀਆਂ ਦੀ ਅਵਸਥਾ ਤੱਕ ਜਿਹੜਾ ਪਹੁੰਚ ਗਿਆ, ਫਿਰ ਸਤਿਗੁਰੂ ਕਹਿ ਰਹੇ ਹਨ ਇਹ ਸਰੀਰ ਪ੍ਰਵਾਨ ਹੋਆ। ਫਿਰ ਇਹ ਸਫਲ ਹੋ ਜਾਂਦਾ, ਫਿਰ ਇਹ ਸਰੀਰ ਸਫਲ ਹੋਏਗਾ, ਉਸ ਤੋਂ ਬਿਨਾਂ ਨਹੀਂ ਹੋਣਾ। ਕਿਉਂ? ਕਿਉਂਕਿ ਫਿਰ ਜਾਂ ਤੂੰ ਜਗ ਮੈਂ ਆਇਆ, ਜੋ ਕਰਨ ਆਇਆ ਸੀ, ਫਿਰ ਉਹ ਕੰਮ ਹੋ ਗਿਆ ਨਾ, ਫਿਰ ਸਫਲ ਹੋ ਗਿਆ, ਪ੍ਰਵਾਨ ਹੋ ਗਿਆ, ਫਿਰ ਉਹ ਸਰੀਰ ਪ੍ਰਵਾਨ ਹੋ ਗਿਆ। ਕਿਉਂ? ਕਿ ਜੋ ਕੰਮ ਕਰਨ ਲਈ ਅਸੀਂ ਇਸ ਜਗਤ ਵਿੱਚ ਆਏ ਸੀ, ਸਾਨੂੰ ਸਰੀਰ ਦੀ ਬਖਸ਼ਿਸ਼ ਅਕਾਲ ਪੁਰਖ ਨੇ ਕੀਤੀ ਸੀ, ਜਿਹੜਾ ਕੰਮ ਕਰਨ ਲਈ ਕੀਤੀ ਸੀ ਉਹ ਕਰ ਲਿਆ, ਤਾਂ ਫਿਰ ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਤੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜਿਹੜੇ ਪਿਛਲੇ ਅਸੀਂ ਕੀਤੇ ਹੋਏ ਕਰਮ ਹਨ, ਜਿਹੜੇ ਸੰਸਕਾਰ ਹਨ, ਜੇ ਉਹਨਾਂ ਸੰਸਕਾਰਾਂ ਦੇ ਮੁਤਾਬਕ ਹੀ ਸਾਡਾ ਜੀਵਨ ਹੁੰਦਾ ਤੇ ਅਸੀਂ ਅੱਜ ਵੀ ਭਟਕ ਹੀ ਰਹੇ ਹੁੰਦੇ, ਗੁਰੂ ਦੀ ਸ਼ਰਨ ਦੇ ਵਿੱਚ ਨਾ ਆਏ। ਅਸੀਂ ਪਿੱਛੇ ਕੀ ਕਰਮ ਕੀਤੇ ਹਨ ਉਹ ਤਾਂ ਸਾਡੇ ਸਾਹਮਣੇ ਸਪਸ਼ਟ ਹੈ ਨਾ ਜੀ। ਕਿਉਂਕਿ ਜੇ ਮੈਂ ਚੰਗੇ ਕਰਮ ਕੀਤੇ ਹੁੰਦੇ ਪਹਿਲਾਂ, ਜਿਨ੍ਹਾਂ ਦੇ ਸੰਸਕਾਰ ਮੇਰੇ ਮਨ ਦੇ ਉੱਤੇ ਲੱਗੇ ਹੋਏ ਹਨ, ਜਿਹੜੇ ਮੇਰੇ ਤੋਂ ਕੰਮ ਕਰਵਾ ਰਹੇ ਹਨ, ਤਾਂ ਫਿਰ ਤਾਂ ਮੈਂ ਇਸ ਜਨਮ ਵਿੱਚ ਆਉਣਾ ਹੀ ਨਹੀਂ ਸੀ, ਮੈਂ ਤੇ ਉਸ ਦੇ ਦਰ ਤੇ ਪ੍ਰਵਾਨ ਹੋ ਜਾਣਾ ਸੀ। ਅੱਜ ਮੈਂ ਇੱਥੇ ਬੈਠਾ ਹਾਂ ਤਾਂ ਇਹਦਾ ਅਰਥ ਕੇਵਲ ਇਹੀ ਹੈ ਕਿ ਹੁਣ ਤੱਕ ਮੈਂ ਜੋ ਕਰਮ ਕੀਤੇ ਹਨ, ਮੈਨੂੰ ਨਹੀਂ ਪਤਾ ਮੇਰੇ ਪਹਿਲੇ ਕਿੰਨੇ ਜਨਮ ਸਨ, ਕਿਹੜੇ ਸਰੀਰ ਸਨ, ਕਿਹੜੀਆਂ ਜੂਨਾਂ ਸਨ, ਪਰ ਮੈਂ ਜੋ ਵੀ ਕੀਤਾ ਹੈ, ਮੇਰਾ ਜੋ ਸਫਲ ਨਹੀਂ ਹੋਇਆ, ਅਕਾਲ ਪੁਰਖ ਨੇ ਜਿਸ ਬਖਸ਼ਿਸ਼ ਵਾਸਤੇ ਮੈਨੂੰ ਭੇਜਿਆ ਸੀ, ਮੈਂ ਉਹ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਿਆ, ਤਾਂ ਹੀ ਮੈਂ ਇਸ ਜਨਮ ਦੇ ਵਿੱਚ ਆਇਆ। ਤਾਂ ਜੇ ਮੈਂ ਉਹਨਾਂ ਸੰਸਕਾਰਾਂ ਦੇ ਉੱਤੇ ਹੀ ਚੱਲਦਾ ਰਹਿੰਦਾ ਤਾਂ ਫਿਰ ਮੈਂ ਤਾਂ ਅੱਜ ਵੀ ਉਸੇ ਤਰ੍ਹਾਂ ਹੀ ਭਟਕ ਰਿਹਾ ਹੋਣਾ ਸੀ। ਭਟਕ ਰਿਹਾ ਹਾਂ ਕਿਉਂਕਿ ਹਾਲੇ ਤੱਕ ਮੇਰਾ ਜਨਮ ਸਫਲ ਨਹੀਂ ਹੋਇਆ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਜੇ ਅਸੀਂ ਆਪਣੇ ਬਲ ਉੱਤੇ, ਆਪਣੇ ਕਰਮਾਂ ਦੇ ਉੱਤੇ, ਜਿਹੜੇ ਪੂਰਬ ਲਿਖਿਆ ਦਾ ਅਰਥ ਅਗਰ ਅਸੀਂ ਇਹ ਲੈ ਲਈਏ ਕਿ ਮੇਰੇ ਪਹਿਲੇ ਕੀਤੇ ਕਰਮਾਂ ਦੇ ਮੁਤਾਬਕ ਮੈਂ ਆਪਣਾ ਜਨਮ ਸਫਲ ਕਰਨਾ ਹੈ, ਤਾਂ ਫਿਰ ਮੈਂ ਇਸ ਜਨਮ ਵਿੱਚ ਆਇਆ ਹੀ ਕਿਉਂ? ਫਿਰ ਤਾਂ ਸਫਲ ਹੋ ਕੇ ਮੈਂ ਉਹਦੇ ਦਰ ਤੇ ਪ੍ਰਵਾਨ ਹੋ ਗਿਆ ਹੁੰਦਾ। ਮੈਂ ਆਇਆ ਹੀ ਤਾਂ ਹਾਂ ਕਿ ਮੇਰੇ ਕੋਲੋਂ ਇਹ ਕੰਮ ਨਹੀਂ ਹੋਇਆ। ਹਾਂ, ਇਹ ਅਕਾਲ ਪੁਰਖ ਨੇ ਮੇਰੇ ਕਰਮਾਂ ਦਾ ਬੜੀ ਕਿਰਪਾ ਕਰਕੇ ਮੈਨੂੰ ਇਹ ਫਲ ਦੇ ਦਿੱਤਾ ਕਿ ਮੈਨੂੰ ਮਨੁੱਖਾ ਜਨਮ ਦੇ ਦਿੱਤਾ, ਮੈਨੂੰ ਇਹ ਸੋਝੀ ਬਖਸ਼ ਦਿੱਤੀ ਕਿ ਮੈਂ ਗੁਰੂ ਦੇ ਚਰਨਾਂ ਨਾਲ ਲੱਗਣਾ ਹੈ, ਗੁਰੂ ਦੇ ਚਰਨਾਂ ਨਾਲ ਲੱਗ ਕੇ ਮੈਂ ਉਹਦੀ ਸਿੱਖਿਆ ਪ੍ਰਾਪਤ ਕਰਨੀ ਹੈ। ਇਹ ਮੇਰੇ ਤੇ ਬਹੁਤ ਵੱਡਾ ਪੂਰਬ ਲਿਖਿਆ ਪਾਇਆ ਦਾ ਇਹ ਅਵਸਥਾ ਸਾਡੇ ਉੱਤੇ ਉਹਨੇ ਬਣਾ ਦਿੱਤੀ ਹੈ, ਬੜੀ ਕਿਰਪਾ ਕਰ ਦਿੱਤੀ, ਉਹਨੇ ਦਇਆ ਕੀਤੀ ਹੈ। ਅਸੀਂ ਤਾਂ ਔਗੁਣਾਂ ਦੇ ਭਰੇ ਹੋਏ ਹਾਂ, ਮਾਟੀ ਕਾਕਿਆ ਧੋਪੈ ਸੋ। ਸਤਿਗੁਰੂ ਕਹਿ ਰਹੇ ਹਨ ਕਿ ਜੇ ਮੈਂ ਆਪਣੇ ਮਤ ਦੇ ਮੁਤਾਬਕ, ਆਪਣੇ ਮਨ ਦੇ ਪਿੱਛੇ ਲੱਗ ਕੇ ਕਰਮ ਕਰਕੇ ਕੁਝ ਪ੍ਰਾਪਤ ਕਰਨਾ ਹੁੰਦਾ, ਤਾਂ ਫਿਰ ਮੈਂ ਫਿਰ ਉਹੀ ਮੂੜ ਮਤ ਵਾਲੇ ਕਰਮ ਕਰਦੇ ਹੋਣੇ ਸੀ ਜਿਹੜੇ ਮੈਂ ਪਹਿਲੇ ਜਨਮਾਂ ਵਿੱਚ ਕੀਤੇ, ਤੇ ਮੈਂ ਆਪੇ ਨਹੀਂ ਕਰ ਸਕਦਾ। ਇਸੇ ਕਰਕੇ ਸਤਿਗੁਰੂ ਕਹਿ ਰਹੇ ਹਨ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਮੇਰੇ ਵੱਸ ਦੀ ਗੱਲ ਨਹੀਂ ਹੈ ਸੱਚੇ ਪਾਤਸ਼ਾਹ।
हे ਅਕਾਲ ਪੁਰਖ ਕਿਰਪਾ ਕਰ ਤੇ ਮੈਨੂੰ ਗੁਰੂ ਦੇ ਚਰਨਾਂ ਦੇ ਵਿੱਚ ਲਗਾ, ਮਨ ਵਿੱਚ ਵਸ ਜਾ, ਤੇ ਤਾਂ ਹੀ ਮੇਰਾ ਇਹ ਜਨਮ ਸਫਲ ਹੋ ਸਕਦਾ ਹੈ, ਤਾਂ ਹੀ ਮੇਰੇ ਹਿਰਦੇ ਵਿੱਚ ਆਨੰਦ ਆ ਸਕਦਾ। ਤੇ ਜਦੋਂ ਇਹ ਚੰਗੇ ਭਾਗਾਂ ਨਾਲ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਪੈਂਦੇ ਹਾਂ ਤਾਂ ਸਾਡਾ ਇਹ ਜੀਵਨ ਕਾਮਯਾਬ ਹੋ ਜਾਂਦਾ। ਤੋ ਇਹ ਜੋ ਕਰਮ ਦੀ ਗੱਲ ਹੈ, ਅਸੀਂ ਕਿਸੇ ਭੁਲੇਖੇ ਦੇ ਵਿੱਚ ਨਹੀਂ ਪੈਣਾ ਕਿ ਸਾਡੇ ਕਰਮਾਂ ਵਿੱਚ ਬੜੀ ਸ਼ਕਤੀ ਹੈ। ਸਾਡੇ ਕਰਮਾਂ ਵਿੱਚ ਬਸ ਇੰਨੀ ਸ਼ਕਤੀ ਹੈ ਕਿ ਅਸੀਂ ਕਰਮ ਚੰਗੇ ਕਰਕੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਨਾ। ਹੋਰ ਸਾਡੇ ਕਰਮਾਂ ਵਿੱਚ ਕੋਈ ਬਲ ਨਹੀਂ। ਉਹ ਸਨਾਤਨ ਮਤ ਦਾ ਸਿਧਾਂਤ ਹੈ, ਉਹਨਾਂ ਨੂੰ ਮੰਨਣ ਦਿਓ। ਸਾਡਾ ਸਿਧਾਂਤ ਇਹ ਨਹੀਂ ਹੈ, ਇਹਦੇ ਵਿੱਚ ਕੋਈ ਭੁਲੇਖੇ ਵਿੱਚ ਨਹੀਂ ਪੈਣ ਦੀ ਲੋੜ। ਅਸੀਂ ਕੇਵਲ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਨਾ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ। ਗੁਰੂ ਤੇ ਅਕਾਲ ਪੁਰਖ ਵਿੱਚ ਵੀ ਗੁਰ ਪਰਮੇਸ਼ਰ ਇੱਕੋ ਜਾਣ, ਕੋਈ ਫਰਕ ਨਹੀਂ ਹੈ। ਗੁਰੂ ਵੀ ਅਕਾਲ ਪੁਰਖ ਦਾ ਹੀ ਰੂਪ ਹੈ। ਅਸੀਂ ਉਹਦੇ ਚਰਨਾਂ ਦੇ ਨਾਲ ਲੱਗ ਕੇ ਉਸ ਪ੍ਰਭੂ ਦੇ ਸਿਫਤ ਸਲਾਹ ਨਾਮ ਸਿਮਰਨ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਤੋ ਇਹਨਾਂ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਪਹਿਲਾਂ ਤਾਂ ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ ਕਿ ਉਸ ਅਕਾਲ ਪੁਰਖ ਤੇ ਪ੍ਰਭੂ ਮਿਲਾਪ ਦੇ ਨਿਸ਼ਾਨੀਆਂ ਕੀ ਹਨ, ਮਨ ਦੀ ਅਵਸਥਾ ਕੈਸੀ ਬਣ ਜਾਂਦੀ ਹੈ। ਮਨ ਵਿੱਚੋਂ ਔਗੁਣ ਵਿਕਾਰ ਸਾਰੇ ਖਤਮ ਹੋ ਜਾਂਦੇ ਹਨ, ਸੋਗ ਦੁੱਖ ਤੋਂ ਛੁਟਕਾਰਾ ਹੋ ਜਾਂਦਾ ਹੈ। ਮਨ ਦੇ ਅੰਦਰ ਲਗਾਤਾਰ ਉਸ ਪ੍ਰਭੂ ਦੇ ਆਨੰਦ ਵਾਲੀ ਬਾਣੀ, ਭਾਵ ਉਹਦੀ ਸਿਫਤ ਸਲਾਹ ਦੀ ਬਾਣੀ, ਅਨਹਤ ਬਾਣੀ ਉਹ ਵੱਜਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਚ ਕੋਈ ਗੈਪ ਨਹੀਂ ਹੈ, ਕੋਈ ਤੋਟਾ ਨਹੀਂ ਹੈ, ਕੋਈ ਕਮੀ ਨਹੀਂ ਹੈ। ਜੇ ਇਹ ਅਵਸਥਾ ਬਣ ਗਈ ਹੈ ਤਾਂ ਫਿਰ ਉਹ ਕਰਨ ਕਾਰਨ ਸਮਰੱਥ ਪ੍ਰਭੂ ਹਿਰਦੇ ਦੇ ਵਿੱਚ ਆ ਕੇ ਵਸ ਗਿਆ। ਪਰ ਇਹ ਮਤ ਸਮਝ ਲਈ ਕਿ ਤੂੰ ਆਪਣੇ ਜ਼ੋਰ ਦੇ ਨਾਲ ਇੱਥੇ ਕੁਝ ਕਰ ਲੈਣਾ। ਇੱਥੇ ਗੱਲ ਜਿਹੜੀ ਹੈ ਉਹ ਇੱਥੇ ਹੀ ਮੁੱਕਦੀ ਹੈ। ਦੂਜੀ ਪੌੜੀ ਵਿੱਚ ਉਹਨਾਂ ਨੇ ਸਾਨੂੰ ਜਿਹੜੀ ਮੁੱਖ ਉਪਦੇਸ਼ ਦਿੱਤਾ ਹੈ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਤਾਂ ਭਾਈ ਉਸ ਅਕਾਲ ਪੁਰਖ ਦੇ ਸ਼ਰਨ ਦੇ ਵਿੱਚ ਜਾ, ਉਹਦੀ ਸਿਫਤ ਸਲਾਹ ਦੇ ਨਾਲ ਜੁੜ, ਉਹਦੀ ਕਿਰਪਾ ਦਾ ਪਾਤਰ ਬਣ, ਗੁਰੂ ਦੀ ਸ਼ਰਨ ਦੇ ਵਿੱਚ ਪੈ, ਤੇ ਫੇਰ ਹੀ ਇਹ ਗੱਲ ਬਣਨੀ ਹੈ। ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤਲ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਬਹੁਤ ਸਾਰੀਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋ ਪੌੜੀਆਂ ਸ੍ਰੀ ਆਪ ਜੀ ਨੇ ਸਰਵਨ ਸਾਨੂੰ ਕਰਾਈਆਂ ਹਨ। ਜੋ 34ਵੀਂ ਪੌੜੀ ਦੇ ਵਿੱਚ ਵਿਚਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ, ਵਾਕਈ ਆਨੰਦ ਦੀਆਂ ਕਥਾ ਕਹਾਣੀਆਂ ਤੋਂ ਸਮਝ ਆਉਂਦੀਆਂ ਨੇ। ਜਦੋਂ ਮਨੁੱਖ ਕਰਮ ਇੰਦਰੀਆਂ ਤੋਂ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ, ਫਿਰ ਇਹਦਾ ਝੁਕਾਅ ਅੰਤਰਮੁਖੀ ਹੁੰਦਾ ਹੈ। ਜਦੋਂ ਬਿਰਤੀ ਸੋਚ ਅੰਤਰਮੁਖੀ ਹੋ ਜਾਂਦੀ ਹੈ, ਮਨ ਇਹਦੇ ਅਧੀਨ ਹੋ ਜਾਂਦਾ ਹੈ, ਫਿਰ ਇਹ ਆਪਣੇ ਹਿਰਦੇ ਵਿੱਚ ਵਸਦੇ ਹੋਏ ਪ੍ਰਭੂ ਦੀ ਗੱਲ ਇਹਨੂੰ ਸਮਝ ਆ ਜਾਂਦੀ। ਜਦੋਂ ਇਹ ਗੱਲ ਸਮਝ ਆ ਗਈ, ਫਿਰ ਚਾਓ ਵਿੱਚ ਆ ਕੇ ਗੱਲ ਕਰਦਾ ਹੈ, ਮੇਰੇ ਗਿਆਨ ਇੰਦਰਿਓ, ਮੇਰੇ ਕਰਮ ਇੰਦਰਿਓ, ਆਓ ਉਸ ਪਿਆਰੇ ਦੇ ਗੀਤ ਗਾਈਏ, ਆਓ ਉਸ ਦੇ ਮੰਗਲ ਨੂੰ ਗਾਈਏ। ਕਿਉਂਕਿ ਸਮਝ ਆ ਗਈ, ਖੁਸ਼ੀ ਹੈ, ਖੇੜੇ ਦਾ ਸਮਾਂ ਹੈ। ਸੰਸਾਰਿਕ ਸਮੇਂ ਦੇ ਵਿੱਚ ਵੀ ਆਮ ਤੌਰ ਤੇ ਜਦੋਂ ਖੁਸ਼ੀ ਦੇ ਮੌਕੇ ਹੁੰਦੇ ਹਨ, ਤੇ ਰਸਮਾਂ ਰਿਵਾਜ ਆਮ ਬਣੀਆਂ ਹੋਈਆਂ ਨੇ, ਉਦੋਂ ਇਹ ਗੱਲਾਂ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਮਿਲਾਪ ਤੇ ਲਈ, ਵਿਛੋੜੇ ਤੇ ਨਹੀਂ। ਵਿਛੋੜੇ ਤੇ ਦੁੱਖ ਹੈ, ਮਿਲਾਪ ਦੀ ਖੁਸ਼ੀ ਹੈ। ਹੁਣ ਸਤਿਗੁਰੂ ਇੱਥੇ ਮਿਲਾਪ ਦੇ ਵਿੱਚ ਖੁਸ਼ੀ ਦੇ ਗੀਤ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਆਓ ਬਈ ਮੇਰੇ ਗਿਆਨ ਇੰਦਰਿਓ, ਮੇਰੇ ਕਰਮ ਇੰਦਰਿਓ, ਮੇਰੀਆਂ ਸਖੀਓ ਸਹੇਲੜੀਓ, ਆਓ ਰਲ ਮਿਲ ਕੇ ਉਹਦੇ ਗੀਤ ਗਾਈਏ, ਕਿਉਂਕਿ ਉਹ ਸਾਡੇ ਕੋਲ ਹੈ।
ਜੇ ਅਸੀਂ ਰਲ ਮਿਲ ਕੇ ਉਹਦੇ ਗੀਤ ਗਾਵਾਂਗੇ ਤਾਂ ਫਿਰ ਦੁੱਖ ਨੇੜੇ ਨਹੀਂ ਆਉਂਦਾ, ਸਾਡੇ ਅੰਦਰ ਸੁੱਖ ਹੀ ਸੁੱਖ ਹੋ ਜਾਂਦਾ, ਅੰਦਰ ਆਨੰਦ ਬਣ ਜਾਂਦਾ ਹੈ। ਫਿਰ ਸਾਨੂੰ ਪ੍ਰਭੂ ਦੀ ਹੋਂਦ ਮਹਿਸੂਸ ਹੋਣ ਲੱਗ ਪੈਂਦੀ ਹੈ, ਅੰਦਰ ਵਸਦੇ ਹੋਏ ਪ੍ਰੀਤਮ ਦੀਆਂ ਗੱਲਾਂ ਸਮਝ ਆ ਜਾਂਦੀਆਂ ਹਨ। ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਅਨਹਦ ਬਾਣੀ ਦੇ ਨਾਲ ਗਿਆਨ ਤੇ ਮਨ ਨੂੰ ਹਰੀ ਦਾ ਨਾਮ ਰਸ ਮੰਨਣ ਦੇ ਨਾਲ ਉਸ ਨੂੰ ਕਰਨ ਕਾਰਨ ਸਮਰੱਥ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਜਿਹੜੀ ਸਾਨੂੰ ਗੱਲ ਸਮਝਾਉਂਦੇ ਹਨ, ਇੱਕ ਬਹੁਤ ਪਿਆਰਾ ਬਚਨ ਗੁਰੂ ਰਾਮਦਾਸ ਮਹਾਰਾਜ ਨੇ ਸੂਠ ਰਾਗ ਦੇ ਵਿੱਚ ਸ਼ਬਦ ਲਿਖਿਆ ਹੈ, ਨਟਰ ਨਾਰਾਇਣ ਰਾਗ ਦੇ ਵਿੱਚ ਸ਼ਬਦ ਲਿਖਿਆ ਹੈ, ਜਿਸ 'ਚ ਉਹਨਾਂ ਨੇ ਬੜੀ ਪਿਆਰੀਆਂ ਇਹਦੀਆਂ ਗੱਲਾਂ ਕੀਤੀਆਂ ਨੇ। ਉਹ ਸ਼ਬਦ ਸ਼ੁਰੂ ਹੁੰਦਾ, ਮੇਰੇ ਮਨ ਸੇਵ ਸਫਲ ਹਰ ਘਾਲ, ਲੈ ਗੁਰ ਪਗ ਰੇਨ ਰਵਾਲ, ਸਭ ਦਾਲਦ ਭੰਜ ਦੁਖ ਦਾਲ, ਹਰ ਹੋ ਨਦਰ ਨਿਹਾਲ। ਕਿਆ ਕਮਾਲ ਦੀ ਬੋਲ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਲਿਖਦੇ ਹਨ। ਕਹਿੰਦੇ ਨੇ, ਹੇ ਮੇਰੇ ਮਨ, ਪਰਮਾਤਮਾ ਦੀ ਸੇਵਾ ਭਗਤੀ ਕਰ, ਇਹ ਮਿਹਨਤ ਫਲ ਦੇਣ ਵਾਲੀ ਹੈ। ਉਸ ਵਾਹਿਗੁਰੂ ਦੇ ਚਰਨ ਧੂੜ ਭਾਵ ਗੁਰੂ ਦੇ ਉਪਦੇਸ਼ ਹਿਰਦੇ ਵਿੱਚ ਪੱਕੇ ਕਰ ਲੈ, ਇਹਦੇ ਨਾਲ ਤੇਰੇ ਸਾਰੇ ਦਰਿੱਦਰ ਭਾਵ ਆਲਸ ਦੂਰ ਹੋ ਜਾਣਗੇ, ਤੇਰੇ ਅੰਦਰ ਖੇੜਾ ਬਣ ਜਾਏਗਾ, ਅੰਦਰ ਚਾਉ ਬਣ ਜਾਏਗਾ। ਤੇ ਨਾਲ ਹੀ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਮਨ ਹਰ ਹੋ 3 ਵਾਰੀ, ਹਰ ਹੋ ਹੀ ਨਦਰ ਨਿਹਾਲ। ਪਰਮਾਤਮਾ ਦੀ ਨਿਗਾਹ ਦੇ ਨਾਲ ਨਿਹਾਲ ਹੋ ਜਾਈਦਾ ਹੈ। ਜਦੋਂ ਤੂੰ ਇਹ ਗੱਲ ਕਰੇਗਾ ਨਿਹਾਲ ਹੋ ਜਾਏਗਾ। ਫਿਰ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਕਾ ਗ੍ਰਹਿ ਹਰ ਆਪ ਸਵਾਰਿਓ, ਹਰ ਰੰਗ ਮਹਿਲ ਬੇਅੰਤ ਲਾਲ ਹਰ ਲਾਲ। ਵੀ ਮਨੁੱਖਾ ਸਰੀਰ ਪ੍ਰਮਾਤਮਾ ਦਾ ਘਰ ਹੈ, ਹਰ ਕਾ ਗ੍ਰਹਿ, ਮਨੁੱਖਾ ਸਰੀਰ ਪ੍ਰਮਾਤਮਾ ਦਾ ਘਰ ਹੈ ਤੇ ਪ੍ਰਮਾਤਮਾ ਨੇ ਇਹਨੂੰ ਆਪ ਹੀ ਸਜਾਇਆ ਹੈ, ਆਪ ਹੀ ਸਵਾਰਿਆ ਹੈ। ਉਸ ਬੇਅੰਤ ਤੇ ਸੋਹਣੇ ਪ੍ਰਭੂ ਦਾ ਇਹ ਮਨੁੱਖਾ ਜਨਮ ਇੱਕ ਰੰਗ ਮਹਿਲ ਹੈ, ਉਸ ਪ੍ਰਭੂ ਦੇ ਰਹਿਣ ਦਾ ਇੱਕ ਰੰਗ ਮਹਿਲ ਹੈ। ਇਹ ਤਾਂ ਪੱਕੀ ਗੱਲ ਹੈ, ਪਰ ਇਹ ਮਨ ਚਾਉ ਭਿਆ ਜਦੋਂ ਅਵਸਥਾ ਕਦੋਂ ਬਣਦੀ ਹੈ, ਜਦੋਂ ਅੰਤਰਮੁਖੀ ਹੁੰਦਾ ਮਨ। ਫਿਰ ਜਦੋਂ ਅੰਤਰਮੁਖੀ ਹੁੰਦਾ, ਫਿਰ ਕਹਿੰਦੇ ਨੇ, ਹਰ ਆਪਣੀ ਕਿਰਪਾ ਕਰੀ, ਆਪ ਗ੍ਰਹਿ ਆਇਓ, ਹਮ ਗੁਰ ਕੀ ਹੀ ਹੈ ਬਸੀਠੀ, ਹਮ ਹਰ ਦੇਖੇ ਭਈ ਨਿਹਾਲ। 4 ਵਾਰੀ ਸ਼ਬਦ ਲਿਖਿਆ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ, ਨਿਹਾਲ। ਹਰ ਆਪਣੀ ਕਿਰਪਾ ਕਰੀ, ਜਿਸ ਉੱਤੇ ਪ੍ਰਮਾਤਮਾ ਨੇ ਆਪਣੀ ਕਿਰਪਾ ਕਰ ਦਿੱਤੀ, ਜਿਸ ਉੱਤੇ ਪਰਮੇਸ਼ਰ ਨੇ ਆਪਣੀ ਕਿਰਪਾ ਕਰ ਦਿੱਤੀ, ਉਹਦੇ ਹਿਰਦੇ ਵਿੱਚ ਪਰਮੇਸ਼ਰ ਆਪ ਆ ਵਸਦਾ ਹੈ। ਹਰ ਆਪਣੀ ਕਿਰਪਾ ਕਰੀ, ਆਪ ਗ੍ਰਹਿ ਆਇਓ, ਹਮ ਹਰ ਕੀ ਗੁਰ ਕੀ ਹੀ ਹੈ ਬਸੀਠੀ, ਹਮ ਹਰ ਦੇਖੇ ਭਈ ਨਿਹਾਲ। ਸ਼ਬਦ ਪੜ੍ਹਨ ਨੂੰ ਔਖਾ ਜਾਪਦਾ ਕਿਉਂਕਿ ਇਹਦੀਆਂ ਸੈਂਟੈਂਸ ਲੰਬੇ ਹਨ, ਵਾਕ ਲੰਬੇ ਹਨ, ਪਰ ਹੈ ਬੜਾ ਆਨੰਦ ਵਾਲੀ ਗੱਲਬਾਤ। ਕਹਿੰਦੇ ਨੇ, ਜਦੋਂ ਕਿਤੇ ਗੁਰੂ ਵਿਚੋਲਾ ਬਣ ਗਿਆ ਨਾ, ਗੁਰੂ ਮਸੀਠੀ, ਪ੍ਰਮਾਤਮਾ ਨੇ ਕਿਰਪਾ ਕੀਤੀ, ਅੰਤਰਮੁਖੀ ਹੋ ਗਿਆ, ਅੰਦਰ ਵਸਦੇ ਹੋਏ ਪ੍ਰਮਾਤਮਾ ਦਾ ਦੀਦਾਰ ਹੋ ਗਿਆ, ਪ੍ਰਮਾਤਮਾ ਦੇ ਮਿਲਾਪ ਨੇ ਜਦੋਂ ਗੁਰੂ ਨੂੰ ਵਿਚੋਲਾ ਬਣਾ ਲਿਆ, ਮੈਂ ਗੁਰੂ ਦੀ ਸ਼ਰਨ ਪੈ ਗਿਆ, ਫਿਰ ਗੁਰੂ ਦੀ ਸ਼ਰਨ ਲੈ ਲਈ, ਗੁਰੂ ਦੀ ਕਿਰਪਾ ਨਾਲ ਐਸੀ ਬਖਸ਼ਿਸ਼ ਹੋਈ ਕਿ ਹਰੀ ਨੂੰ ਵੇਖ ਕੇ ਮੈਂ ਨਿਹਾਲ ਹੋ ਗਈ। ਮਨ ਚਾਉ ਪਿਆ ਪ੍ਰਭ ਅਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਫਿਰ ਹੋਇਆ ਕਿ ਇਸ ਤੋਂ ਅੱਗੇ ਕਹਿੰਦੇ, ਹਰ ਆਵਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦ ਭੇ, ਹਰ ਆਵਤੇ ਸੁਣੇ ਮੇਰੇ ਲਾਲ ਹਰ ਲਾਲ।
हर आपते की खबर गुर पाई। कि गुरु दी राही गुरु कोलों गुरु दे जदों मैं शरण च पै गया ते गुरु कोलों मैनू की होया अपने हिरदे च परमात्मा दे वसन दी आके खबर सुन ली। ये ते गुरु ही दसदा ना मार्ग, गुरु दे कोलों ही सारी समझ आउंदी है। कहते ने जदों मैं खबर सुनी तां ਉਹ ਸੋਹਣਾ ਲਾਲ ਪ੍ਰਭੂ ਦਾ ਆਉਣਾ ਸੁਣਿਆ ਤਾਂ ਮੇਰਾ ਮਨ ਜਿਹੜਾ ਸੀ ਖੁਸ਼ੀਆਂ ਨਾਲ ਭਰ ਗਿਆ। ਹਰ ਆਪਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਪੇ। ਹਰ ਆਪਤੇ ਸੁਣੇ ਮੇਰੇ ਲਾਲ ਹਰ ਲਾਲ। ਤੇ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਜਨ ਨਾਨਕ ਹਰ ਹਰ ਮਿਲੇ ਭੇ ਗਲਤਾਨ ਹਾਲ ਨਿਹਾਲ ਨਿਹਾਲ। ਗੁਰੂ ਪਾਤਸ਼ਾਹ ਦੇ ਬੋਲ ਦੇਖੋ ਕਿਆ ਕਮਾਲ ਦੇ ਨੇ। ਕਹਿੰਦੇ ਗੁਰੂ ਦੀ ਕਿਰਪਾ ਨਾਲ ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ ਹੋ ਗਿਆ ਹੈ। ਮਸਤ ਹੋ ਗਿਆ ਹੈ, ਇਹ ਹੈ ਮੰਗਲ ਗਾਉਣ ਦੀ ਗੱਲ, ਮਸਤ ਹੋ ਜਾਣਾ। ਫਿਰ ਕਹਿੰਦੇ ਮਸਤ ਮੰਗਲ ਇੱਥੇ ਮਸਤ ਹੀ ਨਹੀਂ ਹੋ ਗਿਆ, ਨਿਹਾਲ 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 ਹੋ ਗਿਆ। ਕਦੋਂ? ਜਦੋਂ ਅੰਦਰ ਇਹ ਸਾਡੇ ਗਿਆਨ ਅੰਦਰੇ ਤੇ ਕਰਮ ਇੰਦਰੇ ਜਿਹੜੇ ਨੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਹਨ, ਪ੍ਰਭੂ ਦੀ ਵਡਿਆਈ ਦਾ ਗੀਤ ਗਾਉਣ ਲੱਗ ਪੈਂਦੇ ਹਨ, ਉਦੋਂ ਇਹ ਨਿਹਾਲ ਨਿਹਾਲ ਹੋ ਜਾਂਦੇ। ਤੇ ਫਿਰ ਕਹਿੰਦੇ ਨੇ ਸਖੀਓ ਸਹੇਲੀਓ ਮੇਰਾ ਪਿਰ ਬੰਜਾਰਾ ਰਾਮ। ਮੇਰਾ ਪਿਰ ਤਾਂ ਬੰਜਾਰਾ ਹੈ, ਆਓ ਕਿਉਂ ਨਾ ਮਿਲ ਕੇ ਉਹਦੀ ਖੁਸ਼ੀ ਦੇ ਗੀਤ ਗਾਈਏ, ਉਹਦੇ ਗੀਤ ਕਿਉਂ ਨਾ ਗਾਈਏ। ਸਖੀਓ ਸਹੇਲੜੀਓ ਮੇਰਾ ਪਿਰ ਬੰਜਾਰਾ ਰਾਮ। ਸਖੀਓ ਸਹੇਲੜੀਓ ਮੇਰਾ ਪਿਰ ਬੰਜਾਰਾ ਰਾਮ। ਹਰ ਨਾਮ ਰੰਜੜਿਆ ਰਸ ਮੋਲ ਅਪਾਰਾ ਰਾਮ। ਮੋਲ ਅਮੋਲੋ ਸੱਚ ਕਰ ਢੋਲੋ ਪ੍ਰਭ ਆਵੇ ਤਾਂ ਮੁੰਦ ਭਲੀ। ਇੱਕ ਸੰਗ ਹਰ ਕੇ ਕਰੇ ਰਲੀਆਂ ਹੋ ਪੁਕਾਰੀ ਦਰ ਖਲੀ। ਕਰਨ ਕਾਰਨ ਸਮਰੱਥ ਸ਼੍ਰੀ ਧਰ ਆਪ ਕਾਰਜ ਸਾਰੇ। ਨਾਨਕ ਨਦਰੀ ਧਨ ਸੁਹਾਗਨ ਸ਼ਬਦ ਅਵਸਦਾਰੇ। ਆਓ ਗਾਈਏ। ਇਹ ਸਖੀਓ ਸਹੇਲੜੀਓ ਪ੍ਰਭੂ ਦਾ ਸਿਫਤ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਤਾਂ ਮਨ ਵਿੱਚ ਖੁਸ਼ੀ ਚੜ ਜਾਂਦੀ, ਚਾਉ ਚੜ ਜਾਂਦਾ ਹੈ। ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬੋਲ ਲਿਖਿਆ। ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਮੰਗਲ ਗਾਓ ਸਖੀ। ਇਹ ਸ਼ਬਦ ਮੰਗਲ ਗਾਓ ਸਖੀ। ਮੰਗਲ ਕੀ ਹੈ? ਖੁਸ਼ੀ ਦਾ ਗੀਤ ਗਾਈਏ। ਤੇ ਸਖੀ ਆਓ ਖੁਸ਼ੀ ਦੇ ਗੀਤ ਗਾਈਏ। ਕਹਿੰਦੇ ਕਿਉਂ ਗਾਈਏ? ਸ਼ਬਦ ਸ਼ੁਰੂ ਹੁੰਦਾ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ। ਮੰਗਲ ਸਾਜ ਪਿਆ, ਖੁਸ਼ੀ ਬਣ ਗਈ, ਮੰਗਲ ਦਾ ਮਿਲੇ ਖੁਸ਼ੀ ਬਣ ਗਈ। ਕਦੋਂ? ਜਦੋਂ ਪ੍ਰਭੂ ਦੇ ਮੈਂ ਸਿਫਤ ਸਲਾਹ ਦੇ ਗੀਤ ਗਾਏ, ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ। ਤੇ ਜਦੋਂ ਮੈਂ ਇਹ ਸੁਣ ਲਿਆ ਉਸ ਅਵਿਨਾਸ਼ੀ ਦਾ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਦਾ ਨਾਮ ਸੁਣਿਆ ਤਾਂ ਮੈਨੂੰ ਚਾਉ ਚੜ ਗਿਆ, ਅੰਦਰ ਚਾਹ ਦਾ ਚਾਉ ਚੜ ਗਿਆ। ਜਦੋਂ ਵੱਡੇ ਭਾਗਾ ਨਾਲ ਜਦੋਂ ਇਹ ਮੈਨੂੰ ਕਿਤੇ ਮਨ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਉਦੋਂ ਫਿਰ ਉਤਾਵਲੀ ਹੋ ਗਏ। ਆਹਾ, ਉਤਾਵਲੀ ਹੋ ਗਏ। ਤੇ ਜਦੋਂ ਕਿਸੇ ਨਾਲ ਪਿਆਰ ਪੈ ਜਾਏ ਨਾ ਫਿਰ ਉਡੀਕ ਨਹੀਂ ਹੁੰਦੀ, ਤੜਫਦਾ ਹੈ ਮਨ। ਫਿਰ ਕੀ ਕਹਿੰਦਾ? ਮਨ ਪ੍ਰੀਤ ਲਾਗੇ ਵੱਡਾ ਭਾਗੇ ਕਬ ਮਿਲ ਗਿਆ ਪੂਰਨ ਪਤੇ। ਫਿਰ ਤਰਲੇ ਕਰਦਾ ਕਿ ਕਦੋਂ ਮਿਲੇਗਾ, ਕਦੋਂ ਮਿਲੇਗਾ। ਪਰ ਨਾਲ ਅੱਗੇ ਪੁਰ ਪਾਤਸ਼ਾਹ ਕਹਿੰਦੇ ਨੇ ਹਾਂ ਮਿਲਦਾ ਢੰਗ ਹੈ। ਸਹਿਜੇ ਸਮਾਈਐ ਗੋਬਿੰਦ ਪਾਈਏ ਦੇਹ ਸਖੀਏ ਮੋਹ ਮਤੇ। ਜੋ ਸਖੀਏ ਮੋਹ ਮਤੇ, ਮੈਨੂੰ ਇਹ ਮੱਤ ਤੇ ਸਹਿਜੇ ਸਮਾਈਏ। ਕਹਿੰਦੇ ਆਤਮਕ ਅਡੋਲਤਾ ਵਿੱਚ ਟਿਕ ਕੇ ਜੇ ਲੀਨ ਰਹੀਏ ਤਾਂ ਮਿਲਦਾ ਹੈ। ਆਤਮਕ ਅਡੋਲਤਾ ਹੈ ਬੰਦਾ ਬਣ ਕੇ। ਆਤਮਕ ਅਡੋਲਤਾ ਹੋਏਗੀ ਗੁਰੂ ਦੇ ਬਚਨ ਸੁਣ ਕੇ, ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਥਾਂ ਦੇ ਕੇ। ਜਦੋਂ ਇਹ ਆਤਮਕ ਅਡੋਲਤਾ ਬਣ ਜਾਂਦੀ ਹੈ, ਇਹ ਹੈ ਮਨ ਚਾਉ ਭਿਆ ਦੀ ਅਵਸਥਾ। ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਫਿਰ ਖੁਸ਼ੀ ਦੇ ਗੀਤ ਬੰਦਾ ਗਾਉਂਦਾ ਹੈ। ਉਹ ਭਗਤ, ਉਹ ਬੰਦਗੀ ਕਰਨ ਵਾਲਾ ਖੁਸ਼ੀ ਦੇ ਗੀਤ ਉਸ ਵੇਲੇ ਗਾਉਂਦਾ ਜਦੋਂ ਆਤਮਕ ਅਵਸਥਾ ਬਣ ਜਾਂਦੀ ਹੈ। ਇਸ ਅਵਸਥਾ ਨੂੰ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਇਸ ਅਵਸਥਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ
दर्शन देखत ही, सुध की ना सुध रही, बुद्ध की ना बुद्ध रही, मत में ना मत है, सुरत में ना सुरत हो, ध्यान में ना ध्यान रहो, ज्ञान में ना ज्ञान रहो, गत में ना गत है। क्या कमाल दे बोल कवित भाई साहब लिखते ने। नौवां कविता भाई गुरदास जी का, कहते दर्शन देखत ही मैंने तो सुध बुद्धि भुल गई। आओ सखी ਉਹਦੇ ਗੀਤ ਗਾਈਏ। ਤੇ ਜਦੋਂ ਇਹ ਅੰਤਰਮੁਖੀ ਮਨ ਹੋ ਕੇ ਇਹ ਗੱਲ ਕਰਦਾ ਹੈ, ਅੰਤਰਮੁਖੀ ਮਨ ਜਦੋਂ ਹੋ ਜਾਂਦਾ ਹੈ, ਫਿਰ ਉਹ ਕਹਿੰਦਾ ਆਓ ਭਈ ਆਪਾਂ ਉਹਦੇ ਗੀਤ ਗਾਈਏ, ਉਸ ਪ੍ਰਭੂ ਦੇ ਨਾਲ ਕਰੀਏ, ਉਹਦੇ ਚਰਨਾਂ ਨਾਲ ਲੱਗੇ ਰਹੀਏ। ਤੇ ਗੁਰੂ ਦੇ ਸ਼ਬਦ ਦੇ ਨਾਲ ਇਹ ਮਨ ਜਿਹੜਾ ਹਰੀ ਦੇ ਰਸ ਨੂੰ ਮੰਨਣ ਲੱਗ ਜਾਂਦਾ। ਸਵਾਦ ਮੰਨਣਾ ਹੀ ਤਾਂ ਹੈ, ਇਹ ਤਾਂ ਸਵਾਦ ਹੀ ਹੈ ਨਾ। ਅਸੀਂ ਬਾਹਰ ਦੇ ਸਵਾਦ ਮੰਨਦੇ ਹਾਂ, ਰੱਬ ਦੇ ਪਿਆਰੇ ਅੰਦਰ ਦਾ ਸਵਾਦ ਮੰਨਦੇ ਹਾਂ। ਉਹ ਫਿਰ ਅੰਦਰ ਦਾ ਸਵਾਦ ਮੰਨਦੇ ਹੋਏ ਬਾਹਰ ਵਿੱਚੋਂ ਵੀ ਸਵਾਦ ਮੰਨਦੇ ਹਾਂ। ਇਹ ਗੱਲ ਖਿਆਲ ਕਰਨਾ, ਟੁੱਟ ਨਹੀਂ ਜਾਂਦੇ। ਜਦੋਂ ਅੰਦਰ ਦਾ ਸਵਾਦ ਆਉਂਦਾ, ਫਿਰ ਬਾਹਰ ਦੀ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਉਂਦਾ ਹੈ, ਕਿਉਂਕਿ ਉਹਦੀ ਨਜ਼ਰ ਵਿਸ਼ਾਲ ਹੋ ਜਾਂਦੀ ਹੈ, ਸੋਚ ਵਿਸ਼ਾਲ ਹੋ ਜਾਂਦੀ ਹੈ। ਉਹਦੀ ਸੋਚ ਦਾ ਦਾਇਰਾ ਘਰ ਤੋਂ ਉੱਪਰ ਉੱਠ ਕੇ ਸੰਸਾਰ ਤੱਕ ਚਲੇ ਜਾਂਦਾ ਹੈ, ਨਿਰੰਕਾਰ ਤੱਕ ਪਹੁੰਚਿਆ ਜਾਂਦਾ ਹੈ। ਕਦੋਂ? ਜਦੋਂ ਅੰਦਰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੀਤ ਗਾਏ ਜਾਂਦੇ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਆਓ ਮੇਰੀ ਸਖੀਓ, ਆਓ ਉਹਦੇ ਗੀਤ ਗਾਈਏ, ਆਓ ਮੇਰੇ ਗਿਆਨ ਇੰਦਰਿਓ, ਆਓ ਮੇਰੇ ਕਰਮ ਇੰਦਰਿਓ, ਉਸ ਧਰਮ ਦੇ ਗੀਤ ਗਾਈਏ, ਤਾਂ ਕਿ ਇਹ ਅਵਸਥਾ ਸਾਡੀ ਜਿਹੜੀ ਹੈ ਇਹ ਬਣ ਜਾਏ, ਇਸ ਅਵਸਥਾ ਸਾਡੀ ਬਣੀ ਰਵੇ। ਇਸੇ ਕਰਕੇ ਤਾਂ ਉੱਥੇ ਕਿਹਾ ਵੀ ਇਸ ਅਵਸਥਾ ਨਾਲ ਫਿਰ ਦੁੱਖ ਨਹੀਂ ਲੱਗਦਾ, ਇਸ ਅਵਸਥਾ ਵਿੱਚ ਪਤੀ ਪਰਮੇਸ਼ਰ ਦਾ ਪਤਾ ਲੱਗ ਜਾਂਦਾ ਹੈ। ਇਹ ਅਵਸਥਾ ਦੇ ਵਿੱਚ ਉਸ ਪਿਆਰੇ ਦੇ ਬੋਲਾਂ ਦਾ ਆਨੰਦ ਅੰਦਰ ਆ ਜਾਂਦਾ ਹੈ। ਪਰ ਨਾਲ ਹੁਣ ਅਗਲੀ ਪੌੜੀ ਵਿੱਚ ਫਿਰ ਕਰਮ ਇੰਦਰੇ ਦੀ ਗੱਲ ਕਰ ਦਿੱਤੀ। ਪਹਿਲਾਂ ਰਸਨਾ ਦੀ ਗੱਲ ਕੀਤੀ ਸੀ, ਹੁਣ ਸਰੀਰ ਦੀ ਗੱਲ ਕਰ ਦਿੱਤੀ। ਕਿਉਂਕਿ ਇਹ ਇੰਦਰੇ ਜਿਹੜੇ ਹਨ, ਕਹਿੰਦੇ ਨੇ ਵੀ ਜੇ ਤੂੰ ਨਹੀਂ ਕਮਾਇਆ ਫਿਰ ਤੂੰ ਸੰਸਾਰ ਚ ਆਇਆ ਕਿਉਂ ਸੀ, ਤੇ ਆਨੰਦ ਦੀਆਂ ਗੱਲਾਂ ਕਿਉਂ ਕਰਦਾ? ਆਨੰਦ ਦੀਆਂ ਗੱਲਾਂ ਕਿੱਥੇ ਪਹੁੰਚੇਗਾ? ਆਨੰਦ ਦੀ ਗੱਲ ਕਿਵੇਂ ਕਰੇਗਾ? ਜਿਹਨੇ ਤੇਰਾ ਵਚਨ ਰਚਿਆ ਨੂੰ ਤਾਂ ਤੂੰ ਮਨ ਚ ਵਸਾਇਆ ਹੀ ਨਹੀਂ ਹੈ, ਜਿਹਨੇ ਤੇਰੇ ਨਾਲ ਸਾਂਝ ਨੂੰ ਉਹਦੇ ਨਾਲ ਤੂੰ ਸਾਂਝ ਨਹੀਂ ਪਾਈ। ਭਲਾ ਦੱਸ, ਇਸ ਸਰੀਰ ਵਿੱਚ ਆਉਣ ਦਾ ਪ੍ਰਯੋਜਨ ਸੀ, ਮਨੋਰਥ ਸੀ, ਮਨ ਵਿੱਚ ਪ੍ਰਮਾਤਮਾ ਨੂੰ ਵਸਾ ਕੇ ਮਨੁੱਖਾ ਜਨਮ ਨੂੰ ਸਫਲ ਕਰਨਾ ਤੇ ਆਵਾਗਮਨ ਨੂੰ ਖਤਮ ਕਰਨਾ, ਮੁਕਤ ਹੋ ਜਾਣਾ, ਇਹਦਾ ਪ੍ਰਯੋਜਨ ਸੀ। ਆਪਣੀ ਜਿੰਦ ਨੂੰ ਪਰਮ ਜਿੰਦ ਵਿੱਚ ਅਭੇਦ ਕਰ ਦੇਣਾ, ਜੋਤ ਨੂੰ ਪਰਮ ਜੋਤ ਵਿੱਚ ਲੀਨ ਕਰ ਦੇਣਾ, ਇਹ ਪ੍ਰਯੋਜਨ ਹੈ। ਰੱਬ ਦੀ ਦਰਗਾਹ ਵਿੱਚ ਤਾਂ ਹੀ ਪ੍ਰਵਾਨਗੀ ਹੈ ਜੇ ਜੋਤ ਪਰਮ ਜੋਤ ਵਿੱਚ ਲੀਨ ਹੁੰਦੀ ਹੈ ਤਾਂ। ਕਿਉਂਕਿ ਮਨੁੱਖ ਕਈ ਜਾਮਿਆਂ ਤੋਂ ਭਟਕਦੇ ਹੋਏ ਕਰਤਾਰ ਨੇ ਤੇਰੇ ਤੇ ਰਹਿਮਤ ਕੀਤੀ ਹੈ ਕਿ ਇਸ ਜੋਤ ਨੂੰ ਪਰਮ ਜੋਤ ਵਿੱਚ ਤੂੰ ਲੀਨ ਕਰ ਸਕੇ। ਪਰ ਇਹ ਸਰੀਰਾ ਮੇਰਿਆ, ਪਰ ਤੂੰ ਕੀ ਕਰਮ ਕੀ ਕੀਤਾ? ਕਿ ਕਰਮ ਕਮਾਇਆ ਤੂੰ ਸਰੀਰਾ? ਕੁਛ ਨਹੀਂ ਕੀਤਾ, ਕੁਝ ਵੀ ਨਹੀਂ ਹੋਇਆ, ਐਵੇਂ ਜ਼ਿੰਦਗੀ ਜਿਹੜੀ ਉਹ ਬਿਹਾਤ ਗਈ ਹੈ। ਫਿਰ ਗੁਰੂ ਪਾਤਸ਼ਾਹ ਇੱਕ ਥਾਂ ਤੇ ਹੋਰ ਕਹਿੰਦੇ ਨੇ, ਤੂੰ ਤਾਂ ਅੰਨਾ ਹੀ ਹੈ, ਤੇਰੇ ਤਾਂ ਨੇਤਰ ਹੀ ਨਹੀਂ ਖੁੱਲੇ। ਜਿਹੜਾ ਬੰਦਾ ਸਰੀਰ ਨੂੰ ਕੰਮ ਹੀ ਨਹੀਂ ਲੈਂਦਾ, ਕਹਿੰਦੇ ਅੰਦਲੇ ਕਿਆ ਪਾਇਆ ਜਾ ਗਿਆ ਏ ਉਹਨਿਆ, ਭਾਵ ਤੇਰੇ ਗਿਆਨ ਦੇ ਨੇਤਰ ਬੰਦ ਨੇ, ਬਾਹਰੋਂ ਤਾਂ ਤੈਨੂੰ ਦਿਸਦਾ ਵੀ ਜੇ ਤੂੰ ਅੰਦਰੋਂ ਕਰਮ ਨਹੀਂ ਕਮਾ ਸਕਿਆ ਤਾਂ ਤੂੰ ਅੰਨਾ ਹੀ ਹੈ। ਫਿਰ ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਅੰਦਲੇ ਕਿਆ ਪਾਇਆ ਜਾ ਗਿਆ ਏ, ਰਾਮ ਹਿਰਦੇ ਦੀ ਗੁਰ ਕੀ ਸੇਵਾ ਚਾਲੇ ਮੂਲ ਗਵਾਏ। 1126 ਅੰਕ ਤੇ ਗੁਰੂ ਪਾਤਸ਼ਾਹ ਦਾ ਬਚਨ ਆਉਂਦਾ, ਰਾਮ ਹਿਰਦੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ। ਦੇਖੋ ਗੁਰੂ ਪਾਤਸ਼ਾਹ ਕਿੰਨੀ ਸਾਨੂੰ ਗੱਲ ਸਮਝਾਉਂਦੇ ਨੇ ਵੀ ਅੰਦਲੇ ਕਿਆ ਪਾਇਆ ਜਾ ਗਿਆ ਹੈ, ਰਾਮ ਹਿਰਦੇ ਦੀ ਗੁਰ ਕੀ ਸੇਵਾ ਚਾਲੇ ਮੂਲ ਗਵਾਏ। जेवा रंग नहीं हर राती जब बोले तब फीके, संत जना की निंदा व्यापस पशु पे कद होए ना नीके। जदों सियाना पड़ेगा अमृत का रस विरली पाया सतगुर मेल मिलाए, जब लग शब्द भेद नहीं आया तब लग काल संताए। तू की करना है संसार विच? संसार च तेरा की काम सी? तेरा काम तो सी उस नाल भेद होना, पर सच्चे पातशाह कहंदे तू कर्म कमाया ही कोई नहीं, तेनू कर्म की सोझ ही नहीं आई। गल्लां नाल असीं सारे ही चंगे हैं,
ਮਾਫ ਕਰਨਾ, ਗੱਲਾਂ ਨਾਲ ਅਸੀਂ ਸਾਰੇ ਚੰਗੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਆਚਾਰ ਦੇ ਪੱਖੋਂ ਅਸੀਂ ਸਾਰੇ ਹੀ ਮਾੜੇ ਹਾਂ। ਸਾਡਾ ਆਚਾਰ ਵਿਹਾਰ ਉਹ ਨਹੀਂ ਬਣਿਆ ਜਿਹਦੇ ਨਾਲ ਸਾਨੂੰ ਉਹਦਾ ਦੀਦਾਰ ਹੋ ਜਾਂਦਾ, ਜਿਹਦੇ ਨਾਲ ਅਸੀਂ ਮਨ ਚਾਹੋ ਦੀ ਗੱਲ ਕਰ ਸਕਦੇ। ਗੱਲੀਂ ਅਸੀਂ ਚੰਗੀਆਂ, ਉਹ ਸਾਡੀ ਅਵਸਥਾ ਹੈ। ਗੱਲੀਂ ਅਸੀਂ ਚੰਗੀਆਂ ਨਾ, ਅਸੀਂ ਗੱਲਾਂ ਨਾਲ ਚੰਗੇ ਆ, ਬਾਹਰੋਂ ਬੜੇ ਸੋਹਣੇ ਆ, ਮਨੋਂ ਸੁੱਧੋ ਕਾਲੀਆਂ ਹੈਗੇ ਆ, ਮਨੋਂ ਅਸੀਂ ਕਾਲੇ ਹੈਗੇ। ਆਚਾਰੀ ਬੁਰੀਆਂ ਦੀ ਗੱਲ ਹੈ, ਗੁਰੂ ਪਾਤਸ਼ਾਹ ਸਾਨੂੰ ਜੀ ਕਹਿੰਦੇ ਨੇ, ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ। ਤਾਂ ਹੀ ਤਾਂ ਸਤਿਗੁਰੂ ਜੀ ਨੇ ਗੱਲ ਕਰ ਦਿੱਤੀ, ਇਹ ਸਰੀਰਾ ਮੇਰੇ ਇਸ ਜਗ में आके क्या तुझ कर्म कमाया, के कर्म कमाया तुझ शरीरा जा तू जग माया, जिन हर तेरा रचन रचिਆ ਸੋ ਹਰ ਮਨ ਨਾਮ ਸਾਇਆ। ਕਿਹੜਾ ਕੰਮ ਅਸੀਂ ਜਿਹੜੇ ਨਹੀਂ ਕਰਦੇ? ਅਸੀਂ ਟੇਢੇ ਟੇਢੇ ਚੱਲਦੇ ਆ, ਟੇਢਾ ਮਾਰਗ ਆ ਸਾਡਾ। ਹਾਂਜੀ, ਸਿੱਧਾ ਮਾਰਗ ਹੀ ਨਹੀਂ ਸਾਨੂੰ ਪਤਾ। ਗੁਰੂ ਕਹਿੰਦਾ ਨਸ਼ਾ ਨਹੀਂ ਕਰਨਾ, ਅਸੀਂ ਕਹਿੰਦੇ ਨਸ਼ਾ ਕਰਨਾ। ਗੁਰੂ ਕਹਿੰਦਾ ਆ ਕਰਮ ਨਹੀਂ ਕਰਨਾ, ਅਸੀਂ ਕਹਿੰਦੇ ਅਸੀਂ ਕਰਮ ਕਰਨੇ ਆ। ਗੁਰੂ ਕਹਿੰਦਾ ਇਹ ਚੀਜ਼ਾਂ ਨਹੀਂ ਕਰਨੀਆਂ, ਗੁਰਬਾਣੀ ਜਿਹੜੀ ਗੱਲ ਕਹਿੰਦੀ ਨਹੀਂ ਕਰਨੀ, ਅਸੀਂ ਕਹਿੰਦੇ ਕਰਨੇ ਹਨ। ਤੇ ਫਿਰ ਅਸੀਂ ਕੀ ਕਹੀਏ? ਵੀ ਅਸੀਂ ਕੰਮ ਕਮਾ ਰਹੇ ਆ, ਵੀ ਅਸੀਂ ਗੁਰਦੁਆਰੇ ਮੱਥਾ ਟੇਕ ਆਏ, ਬਸ ਠੀਕ ਹੈ, ਅਸੀਂ ਨਿਤਨੇਮ ਕਰ ਲਿਆ, ਕਾਫੀ ਹੈ। ਇਹ ਤਾਂ ਕੁਝ ਵੀ ਨਹੀਂ, ਕਰਮ ਕਮਾਉਣ ਦੀ ਗੱਲ ਹੀ ਨਹੀਂ ਹੈਗੀ ਇੱਥੇ। ਇਹ ਇੱਕ ਫਾਰਮੈਲਿਟੀ ਨਹੀਂ ਹੈ, ਇਹ ਤਾਂ ਘਾਟ ਘੜਨ ਦੀ ਗੱਲ ਹੈ, ਜੀਵਨ ਨੂੰ ਘੜਨ ਦੀ ਗੱਲ ਹੈ, ਜਿਹੜੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ। ਕਿ ਨਾਮ ਚਿੰਤਨ ਦੇ ਨਾਲ ਪਿਆਰਿਓ ਮਨ ਨੂੰ ਜਗਾਉਣਾ ਹੈ, ਮਨ ਨੂੰ ਯਾਦ ਕਰਾਉਣਾ ਹੈ। ਉਸ ਵਾਹਿਗੁਰੂ ਨੂੰ ਯਾਦ ਕੀ ਕਰਾਉਣਾ? ਕਿ ਜਿਸ ਪ੍ਰਭੂ ਨੇ ਤੈਨੂੰ ਸਰੀਰ ਦਿੱਤਾ ਹੈ, ਜਿਸ ਪ੍ਰਭੂ ਨੇ ਤੈਨੂੰ ਖਾਣ ਲਈ ਦਿੱਤਾ ਹੈ, ਜਿਸ ਪ੍ਰਭੂ ਨੇ ਤੈਨੂੰ ਪਹਿਨ ਲਈ ਦਿੱਤਾ ਹੈ, ਉਸ ਪ੍ਰਭੂ ਨੂੰ ਯਾਦ ਕਰਨ ਲੱਗਿਆ ਆਲਸ ਨਾ ਕਰ। ਇਹ ਯਾਦ ਕਰ, ਆਪਣੇ ਮਨ ਨੂੰ ਹਮੇਸ਼ਾ ਆਪਣੇ ਮਨ ਦਾ ਚਿੰਤਨ ਕਰਦਾ ਰਹਿ, ਕਿਉਂਕਿ ਗੁਰੂ ਦੀ ਕਿਰਪਾ ਨਾਲ ਜਦੋਂ ਇੱਜ਼ਤ ਉਹਦੇ ਵਿੱਚ ਜੋੜੇਗਾ, ਫਿਰ ਅੰਦਰ ਚਾਅ ਪੈਦਾ ਹੋਏਗਾ। ਇਹ ਸਾਰੇ ਜਿਹੜੇ ਇੰਦਰੇ ਹਨ, ਉਹਨਾਂ ਦੀ ਸਰੀਰ ਦੀ ਗੱਲ, ਕੰਨਾਂ ਦੀ ਗੱਲ, ਅੱਗੇ ਰਸਨਾ ਦੀ ਗੱਲ, ਗੁਰੂ ਪਾਤਸ਼ਾਹ ਨੇ ਇੱਕ ਇੱਕ ਦਾ ਵਰਣਨ ਜਿਹੜਾ ਹੈ ਅੱਗੇ ਆਨੰਦ ਦੀ ਬਾਣੀ 'ਚ ਕੀਤਾ। ਆਨੰਦ ਤੱਕ ਪਹੁੰਚਣ ਲਈ ਇਹਨਾਂ ਇੰਦਰੀਆਂ ਦਾ ਕੀ ਰੋਲ ਹੈ, ਇਹ ਕੀ ਕਰਨਗੇ, ਇਹਨਾਂ ਕਰਮ ਇੰਦਰੀ, ਗਿਆਨ ਇੰਦਰੀ ਸਾਧਨਾ ਅਸੀਂ ਕਿਵੇਂ ਰੱਖਣੇ ਨੇ, ਇਹ ਸਾਰੀਆਂ ਗੱਲਾਂ ਦੱਸੀਆਂ ਗੁਰੂ ਪਾਤਸ਼ਾਹ ਨੇ। ਆਨੰਦ ਤੱਕ ਪਹੁੰਚਣ, ਆਨੰਦ ਤੱਕ ਤਾਂ ਪਹੁੰਚਿਆ ਜਾਂਦਾ ਕਿ ਇਹ ਇੰਦਰੇ ਸਾਡੇ ਨਾਲ ਕਾਬੂ ਚ ਆ ਜਾਣ। ਹੋਈਆਂ ਭੁੱਲਾਂ ਦੀ ਖਿਮਾ ਜੀ, ਮੈਂ ਸਮਾਂ ਜ਼ਿਆਦਾ ਲੈ ਲਿਆ। ਆਪਸ ਨੂੰ ਦੋ ਹੱਥ ਜੋੜ ਕੇ ਮਾਫੀ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।